ਸ੍ਰੀ ਗੁਰੂ ਰਾਮਦਾਸ ਗੁਣ ਗੁਰ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਸੁਮਤ ਪਰ ਸ੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਰਾਮ ਰਵਿਓ ਜਲ ਥਲ ਵਿਖੇ ਸੁਧ ਸਭ ਕੀ ਸੋ ਲੇਵ। ਸੁਨ ਤੀਸਰ ਪਦ ਸ਼ਬਦ ਕੋ ਬਦਤ ਪਾਏ ਜਗ ਦੇਵ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ ਚਬਰ ਛਤਰ ਤਖਤ ਕੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਬਲਾਂ ਪਾਸ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮਹਿ ਸਾਕਾ। ਤਿਲਕ ਜੰਜੂ ਦੇ ਰਾਖੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਸ਼ਰਧਾ ਭਾਵਨਾ ਪ੍ਰੇਮ ਸਹਿਤ ਜੁੜ ਬੈਠੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਸਰਬੱਤ ਸੰਗਤਾਂ ਵਡਭਾਗੀ ਹੋ। ਆਦਿ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਦਾ ਲੜੀਵਾਰ ਇਤਿਹਾਸ ਸਰਵਣ ਕਰਨ ਵਾਸਤੇ ਜੁੜ ਬੈਠੇ ਹੋ। ਕੱਲ ਦੇ ਪ੍ਰਕਰਣਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੂੰ ਸਮਝਾਉਣ ਵਾਸਤੇ ਪਿਤਾ ਮੂਲ ਚੰਦ ਜੀ ਆਪਣੇ ਨਾਲ ਸ਼ਾਮ ਨਾਮੇ ਪੰਡਤ ਨੂੰ ਲੈ ਕੇ ਆਏ। ਉਹਨਾਂ ਆਖਿਆ ਵੀ ਚਲੋ ਚੱਲ ਕੇ ਗੁਰੂ ਸਾਹਿਬ ਨੂੰ ਸਮਝਾਈਏ। ਪੰਡਤ ਜੀ ਨੇ ਆ ਕੇ ਆਖਿਆ ਵੀ ਤੁਹਾਡੀ ਬਾਲ ਬੁੱਧ ਹੈ,
ਬਾਲ ਬੁੱਧੀ ਕਰਕੇ ਮੋਦੀਖਾਨੇ ਦੀ ਕਾਰ ਤੁਸੀਂ ਛੱਡ ਦਿੱਤੀ, ਜਿੰਨਾ ਨਫਾ ਹੋਇਆ ਸੀ ਉਹ ਵੀ ਗਵਾ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਸੁਣ ਕੇ ਰਾਗ ਬਸੰਤ ਹੰਡੋਲ ਦੇ ਅੰਦਰ ਪਾਵਨ ਸ਼ਬਦ ਉਚਾਰਨ ਕੀਤਾ। ਬਾਲਕ ਰਾਜਾ ਨਗਰੀ ਕਾਚੀ ਦੁਸ਼ਟਾ ਨਾਲ ਪਿਆਰੋ। ਇਸ ਪਾਵਨ ਸ਼ਬਦ ਨੂੰ ਉਚਾਰਨ ਕਰਕੇ ਸ਼ਾਮ ਨਾਮੇ ਪੰਡਤ ਨੂੰ ਉਪਦੇਸ਼ ਦਿੱਤਾ ਕਿ ਮਨ ਰੂਪੀ ਜਿਹੜਾ ਬਾਲਕ ਹੈ, ਇਹ ਸਰੀਰ ਰੂਪੀ ਕੱਚੀ ਨਗਰੀ ਵਿੱਚ ਰਹਿੰਦਾ ਹੈ, ਜੋ ਮਿਥਿਆ ਨਾਸ਼ਵੰਤ ਹੈ। ਕਾਮ ਕ੍ਰੋਧ ਲੋਭ ਅਹੰਕਾਰ ਰੂਪੀ ਜਿਹੜੇ ਦੋਸ਼ਟੀਆਂ ਨਾਲ ਇਹਦਾ ਪਿਆਰ ਹੈ। ਦੋਏ ਮਾਈ ਦੋ ਬਾਪਾ ਪੜ੍ਹੀਆ ਹੈ, ਦੋ ਮਾਵਾਂ ਨੇ, ਇੱਕ ਮਾਇਆ ਇੱਕ ਅਵਿਦਿਆ, ਰਾਗ ਤੇ ਦਵੈਸ਼ ਇਹ ਦੋ ਪਿਤਾ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਪੰਡਤ ਜੀ ਇਹਦੀ ਵਿਚਾਰ ਕਰੋ ਕਿ ਜੋ ਪ੍ਰਾਣਾਂ ਦਾ ਪਤੀ ਪਰਮੇਸ਼ਰ ਇਸ ਸਰੀਰ ਵਿੱਚ ਰਹਿ ਰਿਹਾ, ਉਹਦੀ ਪ੍ਰਾਪਤੀ ਕਿਵੇਂ ਕਰਨੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਮਹਾਰਾਜ ਨੇ ਐਸਾ ਜਦੋਂ ਉਪਦੇਸ਼ ਦਿੱਤਾ ਤੇ ਭਾਈ ਮੂਲ ਚੰਦ ਜੀ ਕਹਿੰਦੇ ਵੀ ਜੇ ਤੁਹਾਡੀ ਵਿਚਾਰ ਹੀ ਐਸੀ ਸੀ ਫਿਰ ਵਿਆਹ ਕਿਉਂ ਕਰਵਾਇਆ। ਮਾਇਆ ਵੀ ਗਵਾ ਦਿੱਤੀ, ਪੁੱਤਰ ਇਸਤਰੀ ਉਹਦਾ ਧਿਆਨ ਨਹੀਂ ਰੱਖਿਆ, ਉਹ ਵੀ ਛੱਡ ਦਿੱਤਾ। ਮਹਾਰਾਜ ਜੀ ਕਹਿੰਦੇ ਅਸਲ ਵਿੱਚ ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ, ਚੰਦ ਸੂਰਜ ਦੋਏ ਘਰ ਹੀ ਭੀਤਰ ਐਸਾ ਗਿਆਨ ਪਾਇਆ। ਕਿ ਜਿਹੜੀ ਤ੍ਰਿਸ਼ਨਾ ਹੈ ਔਰ ਆਸਾ ਹੈ, ਇਹ ਅਗਨ ਸਾਡੇ ਅੰਦਰ ਨਾ ਹਰ ਵਕਤ ਬਲਦੀ ਰਹਿੰਦੀ, ਜਿਹਦੇ ਨਾਲ ਸਾਨੂੰ ਤ੍ਰਿਪਤੀ ਨਹੀਂ ਆਉਂਦੀ। ਮਨੁੱਖ 100 ਮੰਗਦਾ, 1000 ਦੀ ਲਾਲਸਾ 1000 ਮਿਲ ਜਾਂਦਾ, ਲੱਖ ਦੀ ਲਾਲਸਾ ਲੱਖਾਂ ਰੁਪਈਏ ਮਿਲ ਜਾਣ, ਕਰੋੜਾਂ ਦੀ ਲਾਲਸਾ ਕਰੋੜਾਂ ਮਿਲ ਜਾਣ, ਅਰਬਾਂ ਖਰਬਾਂ ਦੀ ਲਾਲਸਾ। ਜਿਵੇਂ ਅੱਗ ਨਹੀਂ ਰਜਦੀ, ਮਨ ਨਹੀਂ ਰਜਦਾ, ਤ੍ਰਿਸ਼ਨਾ ਨਹੀਂ ਰਜਦੀ। ਮਹਾਰਾਜ ਕਹਿੰਦੇ ਜਿਵੇਂ ਬਨਸਪਤੀ ਦੇ ਵਿੱਚ ਅਗਨ ਹੁੰਦੀ ਹੈ ਨਾ, ਦਰਖਤ ਦੇ ਵਿੱਚ ਅੱਗ ਹੁੰਦੀ ਹੈ, ਉਹ ਵੱਧਦਾ ਹੈ ਫੁੱਲਦਾ ਹੈ, ਇਸੇ ਤਰ੍ਹਾਂ ਸਾਡਾ ਹਾਲ ਵੀ ਬਨਸਪਤੀ ਵਾਂਗੂ ਹੈ। ਤ੍ਰਿਸ਼ਨਾ ਦੀ ਆਸਾ ਦੀ ਅੱਗ ਸਾਡੇ ਅੰਦਰ ਹੈ। ਟਾਹਣੀਆਂ ਨੇ, ਪੁੱਤਰ ਧੀ ਰਿਸ਼ਤੇਦਾਰ ਸਾਕ ਸੰਬੰਧੀ, ਇਹ ਸਭ ਟਾਹਣੀਆਂ ਰੂਪ ਨੇ। ਅਸੀਂ ਵੀ ਪ੍ਰਫੁੱਲਤ ਹਾਂ। ਤੋ ਇਸ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਮਨੁੱਖ, ਜਿਹੜਾ ਜੀਵ ਹੈ, ਉਹ ਵਿਸ਼ੇ ਵਿਕਾਰਾਂ ਵਿੱਚ ਲੱਗਿਆ ਹੋਇਆ ਹੈ, ਜਿਸ ਨੂੰ ਉਸ ਕਰਤੇ ਪੁਰਖ ਦੀ ਅਕਾਲ ਪੁਰਖ ਦੀ ਸੋਝੀ ਨਹੀਂ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਦਇਆ ਕਰਕੇ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਅਗਲੇ ਪ੍ਰਕਰਨ ਪ੍ਰੇਮ ਸਹਿਤ ਸਰਵਣ ਕਰੀਏ। ਮਨ ਬਿਰਤੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਪਾਸ ਜੋੜਨ ਵਾਸਤੇ ਸਰਬੱਤ ਗੁਰ ਸਿੱਖ ਸੰਗਤਾਂ ਪ੍ਰੇਮ ਸਹਿਤ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਾਮ ਰਵਿਓ ਜਲ ਥਲ ਵਿਖੇ, ਸੁਧ ਸਭ ਕੀ ਸੋ ਲੇਵ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸ਼ਬਦ ਦੇ ਦੂਸਰੇ ਬੰਦ ਦੀ ਵਿਆਖਿਆ ਕਰਕੇ ਸਮਝਾਇਆ, ਤੇ ਜਿਹੜਾ ਸ਼ਿਆਮ ਪੰਡਤ ਸੀ ਉਹ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਪਰਮੇਸ਼ਰ ਦਾ ਸਿਮਰਨ ਕਰਨਾ, ਤੇ ਸਿਮਰਨ ਕਰੋ ਤੇ ਨਾਲੇ ਆਪਣਾ ਕੰਮਕਾਰ ਕਰ ਲਓ, ਆਪਣੀ ਕਿਰਤ ਕਰ ਲਓ। ਕਿਉਂਕਿ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਉਹ ਸਾਰਿਆਂ ਦੀ ਖਬਰ ਲੈਂਦਾ ਹੈ, ਚਾਹੇ ਕੋਈ ਮਨੁੱਖ ਜੰਗਲ ਵਿੱਚ ਬੈਠਾ ਹੋਵੇ, ਚਾਹੇ ਕੋਈ ਘਰ ਦੇ ਵਿੱਚ ਹੋਵੇ, ਉਹ ਸਭ ਦੀ ਖਬਰ ਲੈਂਦਾ ਹੈ। ਇਹ ਗੱਲ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਇਸ ਤਰ੍ਹਾਂ ਫਿਰ ਉਪਦੇਸ਼ ਦੇਣ ਵਾਸਤੇ ਅੱਗੇ ਬਚਨ ਕਰਦੇ ਨੇ।
ਉਹਨਾਂ ਆਖਿਆ RAM ਰਵਿਓ ਜਲ ਥਲ ਵਿਖੈ ਸੁਧ ਸਭ ਕੀ ਸੋ ਲੇਵ। ਜਿਹੜਾ ਪਰਮੇਸ਼ਰ ਹੈ ਉਹ ਜਲ ਵਿੱਚ ਥਲ ਵਿੱਚ ਹਰ ਜਗ੍ਹਾ ਤੇ ਰਮਿਆ ਹੋਇਆ ਹੈ ਤੇ ਸਾਰਿਆਂ ਦੀ ਪਰਮੇਸ਼ਰ ਖਬਰਸਾਰ ਲੈਂਦਾ ਹੈ। ਸੁਨ ਤੀਸਰ ਪਦ ਸ਼ਬਦ ਕੋ ਬਦਤ ਪਾਏ ਜਗ ਦੇਵ। ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਐਸੇ ਬਚਨ ਸੁਣ ਕਰਕੇ ਜਿਹੜਾ ਬਸੰਤ ਰਾਗ ਦਾ ਸ਼ਬਦ ਮਹਾਰਾਜ ਨੇ ਆਰੰਭ ਕੀਤਾ ਸੀ ਉਹਦਾ ਅਗਲਾ ਤੀਸਰਾ ਪਦ ਉਚਾਰਨ ਕਰਦੇ ਹਨ। ਸ੍ਰੀ ਮੁਖ ਵਾਕ RAM ਰਵੰਤਾ ਜਾਣੀਐ ਇਕ ਮਾਈ ਭੋਗ ਕਰੇ। ਸਤਿਗੁਰੂ ਕਹਿੰਦੇ ਜੋ RAM ਹੈ ਰਵੰਤਾ ਜਾਣੀਐ, ਉਹ ਸਾਰਿਆਂ ਵਿੱਚ ਰਵਿਆ ਹੋਇਆ ਜਾਣੀਏ, ਰਵਿਆ ਹੋਇਆ ਪਹਿਚਾਣੀਏ। ਕੋਈ ਵੀ ਇਹੋ ਜੀ ਥਾਂ ਇਹੋ ਜੀ ਜਗ੍ਹਾ ਨਹੀਂ ਜਿੱਥੇ ਪਰਮੇਸ਼ਰ ਵਿਆਪਕ ਨਹੀਂ। ਹਰ ਇੱਕ ਥਾਂ ਤੇ ਉਸੇ ਦਾ ਹੀ ਨਿਵਾਸ ਹੈ। ਪਰ ਜਿਹੜੀ ਮਾਇਆ ਹੈ ਉਹ ਅਸਲ ਦੇ ਵਿੱਚ ਹਰ ਪਾਸੇ ਪਸਰੀ ਹੋਈ ਹੈ। ਇੱਕ ਮਾਇਆ ਜਿਹੜੀ ਹੈਗੀ ਹੈ, ਇੱਕ ਮਾਈ ਭੋਗ ਕਰੇ। ਮਾਇਆ ਸੰਸਾਰ ਦੇ ਪਦਾਰਥਾਂ ਦਾ ਭੋਗ ਕਰਦੀ ਹੈ। RAM ਰਵਿਆ ਹੋਇਆ, ਪਰ ਮਾਇਆ ਜਿਹੜੀ ਹੈ ਉਹ ਸੰਸਾਰ ਵਿੱਚ ਪਸਰੀ ਹੋਈ ਹੈ। ਹੁਣ ਜੋ ਨਿਰੰਕਾਰ ਹਰ ਪਾਸੇ ਵਿਆਪਕ ਹੈ, ਮਾਇਆ ਉਸੇ ਦਾ ਹੀ ਗਿਆਨ ਨਹੀਂ ਹੋਣ ਦਿੰਦੀ। ਕੱਲ ਵੀ ਸਰਵਣ ਕੀਤਾ ਸੀ ਵੀ ਮਾਇਆ ਤੇ ਅਵਿਦਿਆ ਇਹ ਦੋ ਮਾਵਾਂ ਨੇ। ਅਵਿਦਿਆ ਜਿਹੜੀ ਹੈ ਉਹਨੂੰ ਮਾਇਆ ਨੇ ਜਨਮ ਦਿੱਤਾ ਹੈ, ਮਾਇਆ ਕਰਕੇ ਹੀ ਅਵਿਦਿਆ ਹੈ। ਤੋ ਅਵਿਦਿਆ ਕਰਕੇ ਜੋ ਬ੍ਰਹਮ ਰਵਿਆ ਹੋਇਆ ਹੈ ਉਸ ਬ੍ਰਹਮ ਦਾ ਗਿਆਨ ਜਿਹੜਾ ਪ੍ਰਾਪਤ ਨਹੀਂ ਹੁੰਦਾ। ਤੋ ਵਿਦਵਾਨ ਫਿਰ ਇਹਦਾ ਅਰਥ ਵੀ ਕਰਦੇ ਨੇ ਇੱਕ ਮਾਈ ਭੋਗ ਕਰੇ। ਕਹਿੰਦੇ ਜੋ ਇੱਕ ਮਾਇਆ ਹੈ, ਭੋਗ ਦਾ ਭਾਵ ਉਹਨੂੰ ਖਾ ਲਵੇ, ਯਾਨੀ ਕਿ ਮਾਇਆ ਨੂੰ ਨਸ਼ਟ ਕਰ ਦੇ। ਜੇ ਰਮੇ ਹੋਏ RAM ਨੂੰ ਜਾਣਨਾ ਹੈ, ਜੇ ਮਾਇਆ ਨੂੰ ਨਹੀਂ ਖਾਵੇਗਾ, ਮਾਇਆ ਨੂੰ ਨਸ਼ਟ ਨਹੀਂ ਕਰੇਗਾ, ਅਵਿਦਿਆ ਨੂੰ ਨਸ਼ਟ ਨਹੀਂ ਕਰੇਗਾ, ਤੋ ਰਮਿਆ ਹੋਇਆ RAM ਉਹਦਾ ਗਿਆਨ ਪ੍ਰਾਪਤ ਨਹੀਂ ਹੋਵੇਗਾ। ਇਸ ਵਾਸਤੇ ਅੰਦਰ ਦੀ ਅਵਿਦਿਆ ਜਿਹੜੀ ਮਾਇਆ ਹੈ ਉਹਦਾ ਵਿਨਾਸ਼ ਕਰ ਦੇਵੇ। ਤਾਂ ਕੇ ਲਖਣ ਜਾਣੀਏ ਖਿਮਾ ਤਨ ਸੰਗ ਰਹੇ। ਕਿਸ ਨੇ RAM ਨੂੰ ਰਵਿਆ ਹੋਇਆ ਜਾਣਿਆ, ਸਤਿਗੁਰੂ ਕਹਿੰਦੇ ਉਹਦੇ ਲੱਛਣ ਜਾਣਨਾ ਕਰੀਏ। ਉਹ ਖਿਮਾ ਰੂਪੀ ਜਿਹੜਾ ਧਨ ਹੈ ਉਹਨੂੰ ਇਕੱਤਰ ਕਰ ਲੈਂਦਾ, ਉਹਨੂੰ ਸੰਗ੍ਰਹਿ ਕਰ ਲੈਂਦਾ, ਉਹਦੇ ਅੰਦਰ ਖਿਮਾ ਆ ਜਾਂਦੀ ਹੈ। ਜਦੋਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਹਰ ਪਾਸੇ ਵਿਆਪਕ ਨਜ਼ਰ ਆਉਂਦੇ ਨੇ, ਜੈਸੇ ਉਦਾਹਰਣ ਹੈ ਕਿ ਜਿਹੜਾ ਆਪਣਾ ਹੋਵੇ ਨਾ, ਜਿਹਦੇ ਨਾਲ ਪ੍ਰੇਮ ਹੋਵੇ ਮਨੁੱਖ ਦਾ, ਵੇਖੋ ਉਹਦੇ ਔਗਣ ਵੀ ਬਖਸ਼ ਦਿੰਦਾ ਹੈ ਬੰਦਾ। ਆਪਣੇ ਦੇ ਔਗਣ ਵੀ ਢੱਕ ਕੇ ਰੱਖਦਾ ਹੈ, ਪ੍ਰਗਟ ਨਹੀਂ ਕਰਦਾ। ਜੋ ਆਪਣਾ ਹੈ ਉਹਦੇ ਔਗਣ ਵੀ ਸਾਨੂੰ ਗੁਣ ਹੀ ਲੱਗਦੇ ਨੇ। ਇਹ ਕਦੇ ਨਿਰਣਾ ਕਰਕੇ ਜੀਵਨ ਵਿੱਚ ਵੇਖ ਲਈਏ, ਜੋ ਆਪਣਾ ਹੈ ਉਹਦੇ ਔਗਣ ਵੀ ਸਾਨੂੰ ਗੁਣ ਹੀ ਦਿਸਦੇ ਹੁੰਦੇ ਨੇ। ਅਸੀਂ ਆਪਣੇ ਅੰਦਰ ਝਾਤੀ ਮਾਰੀਏ, ਸਾਨੂੰ ਆਪਣੇ ਔਗਣ ਵੀ ਗੁਣ ਹੀ ਦਿਸਣਗੇ। ਤੋ ਸਾਨੂੰ ਦੂਜਿਆਂ ਦੇ ਵਿੱਚੋਂ ਔਗਣ ਜ਼ਿਆਦੇ ਪ੍ਰਤੀਤ ਹੁੰਦੇ ਨੇ ਤੇ ਆਪਣਿਆਂ ਵਿੱਚੋਂ ਸਾਨੂੰ ਗੁਣ ਪ੍ਰਤੀਤ ਹੁੰਦੇ ਨੇ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੂੰ ਰਮਿਆ ਜਾਣ ਲੈਂਦਾ ਹੈ, ਉਹ ਖਿਮਾ ਰੂਪੀ ਧਨ ਨੂੰ ਇਕੱਠਾ ਕਰ ਲੈਂਦਾ ਹੈ। ਫਿਰ ਉਹ ਸਾਰਿਆਂ ਵਿੱਚ ਇੱਕ ਪਰਮੇਸ਼ਰ ਨੂੰ ਵਰਤਦਾ ਹੋਇਆ ਜਾਣ ਕੇ ਸਭ ਨੂੰ ਖਿਮਾ ਕਰਦਾ ਹੈ, ਸਭ ਨੂੰ ਮਾਫ ਕਰਦਾ ਹੈ। ਉਹ ਕਿਸੇ ਦੀ ਗਲਤੀ ਨੂੰ ਚਿਤਾਰਦਾ ਨਹੀਂ ਵੀ ਉਹਨੇ ਇਹ ਕੀਤਾ ਆ, ਉਹਨੇ ਆਹ ਕੀਤਾ ਜੇ। ਇਸ ਪ੍ਰਕਾਰ ਜਿਹਨੇ ਖਿਮਾ ਰੂਪੀ ਧਨ ਨੂੰ ਇਕੱਤਰ ਕੀਤਾ ਹੈ, ਸਤਿਗੁਰੂ ਕਹਿੰਦੇ ਉਹਦੇ ਇਹ ਲੱਛਣ ਜਾਣੋ ਕਿ ਉਸਨੇ ਉਸ ਨਿਰੰਕਾਰ ਵਾਹਿਗੁਰੂ ਨੂੰ ਹਰ ਜਗ੍ਹਾ ਤੇ ਵਿਆਪਕ ਜਾਣਿਆ ਹੈ। ਚੌਪਈ RAM ਰਵਿਆ ਸੋ ਪਹਿਚਾਨੇ। ਸਾਹਿਬ ਕਹਿੰਦੇ ਜੋ RAM ਹੈ ਉਸ ਨੂੰ ਰਮਿਆ ਹੋਇਆ ਹਰ ਪਾਸੇ ਜਿਨ੍ਹਾਂ ਪਹਿਚਾਣਿਆ ਹੈ। ਅਸ ਪ੍ਰਕਾਰ ਲੱਛਣ ਮਨ ਠਾਨੇ। ਉਹਨਾਂ ਨੇ ਇਸ ਪ੍ਰਕਾਰ ਜਿਹੜੇ ਲੱਛਣ ਹਨ ਆਪਣੇ ਮਨ ਅੰਦਰ ਧਾਰਨ ਕੀਤੇ ਹਨ। ਮਾਇਆ ਵਰਤੇ ਹੋਏ ਉਦਾਰਾ। ਜਿਹੜੀ ਮਾਇਆ ਹੈ ਉਹ ਸੰਸਾਰ ਅੰਦਰ ਵਿਆਪਕ ਰੂਪ ਹੋ ਕਰਕੇ ਵਰਤ ਰਹੀ ਹੈ। ਪਰਮੇਸ਼ਰ ਤੋਂ ਬਾਅਦ ਜੇਕਰ ਕੋਈ ਵਿਆਪਕ ਹੈ ਤੇ ਉਹ ਪਰਮੇਸ਼ਰ ਦੀ ਮਾਇਆ ਹੈ।
ਤੇ ਪਰਮੇਸ਼ਰ ਤੋਂ ਬਾਅਦ ਜੇਕਰ ਕੋਈ ਵਿਚਾਰਨ ਯੋਗ ਹੈ ਤੇ ਉਹ ਵੀ ਮਾਇਆ ਹੈ। ਜਿਸ ਤਰ੍ਹਾਂ ਬ੍ਰਹਮ ਹਰ ਪਾਸੇ ਰਮਿਆ ਹੈ, ਇਸੇ ਪ੍ਰਕਾਰ ਜਿਹੜੀ ਮਾਇਆ ਹੈ ਉਹ ਵੀ ਸੰਸਾਰ ਵਿੱਚ ਵਰਤ ਰਹੀ ਹੈ। ਰੰਚਕ ਪਰ ਨਾ ਕਰੇ ਤੇ ਪਿਆਰਾ। ਜਿਨ੍ਹਾਂ ਨੇ ਮਾਇਆ ਦਾ ਤਿਆਗ ਕੀਤਾ ਤੇ ਰਾਮ ਰਵੰਤਾ ਜਾਣੀਐ, ਜਿਨ੍ਹਾਂ ਨੇ ਰਾਮ ਨੂੰ ਰਮਿਆ ਹੋਇਆ ਜਾਣਿਆ, ਉਹ ਮਾਇਆ ਨਾਲ ਰੰਚਕ ਮਾਤਰ ਵੀ ਪ੍ਰੇਮ ਨਹੀਂ ਕਰਦੇ, ਮਾਇਆ ਨੂੰ ਸਮਝਦੇ ਹੀ ਨਹੀਂ, ਕਿਉਂਕਿ ਉਹਨਾਂ ਨੂੰ ਮਾਇਆ ਦਿਸਦੀ ਨਹੀਂ। ਉਹਨਾਂ ਮਾਇਆ ਨਾਸ਼ਵੰਤ ਜਾਣ ਲਈ ਕੈਸੇ ਜਾਣੀ? ਜੈਸੇ ਬ੍ਰਿਖ ਦੀ ਦਰਖਤ ਦੀ ਛਾਇਆ ਹੁੰਦੀ ਹੈ, ਉਹਨਾਂ ਨੂੰ ਪਤਾ ਵੀ ਇਹ ਢਲ ਜਾਣੀ ਹੈ। ਬ੍ਰਿਸ਼ ਦੀ ਛਾਇਆ ਹੈ ਕਿਉਂ ਹੈ? ਜੇ ਦਰਖਤ ਹੈ। ਜੇ ਦਰਖਤ ਨਾ ਹੋਵੇ ਤੇ ਬ੍ਰਿਖ ਦੀ ਛਾਇਆ ਕਿੱਥੋਂ ਹੋਵੇ? ਤਾਂ ਉਹਨਾਂ ਨੇ ਇਸ ਤਰ੍ਹਾਂ ਮਾਇਆ ਨੂੰ ਜਾਣ ਕੇ ਤਿਆਗ ਦਿੱਤਾ ਕਿ ਜੈਸੇ ਦਰਖਤ ਦੀ ਛਾਇਆ ਨਾਸ਼ਵੰਤ ਹੈ, ਐਸੇ ਹੀ ਇਹ ਮਾਇਆ ਵੀ ਉਹਦੀ ਛਾਇਆ ਹੈ। ਮਹਾ ਮਾਇਆ ਤਾਂ ਕੀ ਹੈ ਛਾਇਆ? ਬ੍ਰਹਮ ਦੀ ਛਾਇਆ ਹੈ ਮਾਇਆ। ਤੇ ਗੁਰਮੁਖਾਂ ਨੇ ਇਸ ਨੂੰ ਨਾਸ਼ਵੰਤ ਜਾਣ ਕੇ ਤਿਆਗ ਦਿੱਤਾ, ਇਹਦੇ ਨਾਲ ਪ੍ਰੇਮ ਨਹੀਂ ਕੀਤਾ। ਦੇਵ ਸੰਪਦਾ ਕੀ ਗੁਣ ਜੇਤੇ। ਜਿਹੜੀ ਦੇਵੀ ਸੰਪਦਾ ਹੈ, ਸਤ, ਸੰਤੋਖ, ਧੀਰਜ, ਖਿਮਾ, ਸੰਤੋਖ, ਇਹ ਜਿੰਨੇ ਵੀ ਸ਼ੁਭ ਗੁਣ ਆਦਿਕ ਹਨ, ਖਿਮਾ ਆਦ ਸੰਗ ਰਹਿ ਸਭ ਤੇਤੇ। ਖਿਮਾ ਆਦਿਕ ਇਹਨਾਂ ਸਾਰੇ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ ਇਕੱਤਰ ਕਰਦੇ ਰਹਿੰਦੇ ਹਨ। ਸੋ ਬਨ ਸਦਨ ਵਿਖੇ ਇੱਕ ਸਾਰਾ। ਇਹੋ ਜਿਹੇ ਜਿਹੜੇ ਗੁਰਮੁਖ ਪਿਆਰੇ ਨੇ, ਉਹਨਾਂ ਨੇ ਜੰਗਲ ਵਿੱਚ ਤੇ ਘਰ ਦੇ ਵਿੱਚ ਪਰਮੇਸ਼ਰ ਨੂੰ ਇੱਕ ਸਮਾਨ ਕਰਕੇ ਜਾਣਿਆ। ਕਿਉਂਕਿ ਸ਼ਿਆਮ ਪੰਡਤ ਨੇ ਗੁਰੂ ਨਾਨਕ ਸਾਹਿਬ ਨੂੰ ਇਹੀ ਗੱਲ ਆਖੀ ਸੀ ਵੀ ਉਹ ਜੰਗਲ ਵਿੱਚ ਤੇ ਘਰ ਦੇ ਵਿੱਚ ਸਾਰਿਆਂ ਦੀ ਖਬਰ ਲੈਂਦਾ। ਬਾਦਸ਼ਾਹ ਕਹਿੰਦੇ ਵੀ ਕੱਚੀ ਗੱਲ ਨਾ ਕਰ, ਅਜੇ ਗੱਲ ਤੇਰੀ ਕੱਚੀ ਹੈ। ਕਿਉਂ? ਕਿਉਂਕਿ ਉਹ ਗੱਲ ਤੇਰੇ ਹਿਰਦੇ ਵਿੱਚ ਪ੍ਰਪੱਕ ਹੀ ਨਹੀਂ, ਤੇਰੇ ਅੰਦਰ ਕੋਈ ਉਹ ਗੁਣ ਹੀ ਨਹੀਂ ਕਿ ਇਸ ਗੱਲ ਨੂੰ ਤੂੰ ਕਹਿ ਸਕੇ, ਅਜੇ ਤੇਰਾ ਹਿਰਦਾ ਪ੍ਰਪੱਕ ਨਹੀਂ। ਤੇ ਸਤਿਗੁਰੂ ਕਹਿੰਦੇ ਜਿਨ੍ਹਾਂ ਅੰਦਰ ਸ਼ੁਭ ਗੁਣ ਹੋਵਣ, ਉਹ ਗੁਰਮੁਖ ਪਿਆਰੇ ਅਕਾਲ ਪੁਰਖ ਨੂੰ ਘਰ ਦੇ ਵਿੱਚ ਤੇ ਜੰਗਲ ਵਿੱਚ ਇੱਕ ਸਮਾਨ ਰਵਿਆ ਜਾਣਦੇ ਨੇ। ਤੋ ਇਹਦਾ ਭਾਵ ਉਹਨਾਂ ਦੀ ਦ੍ਰਿਸ਼ਟੀ ਵਿੱਚ ਫਿਰ ਦਵੈਤ ਨਹੀਂ, ਨਾ ਉਹਨਾਂ ਦੀ ਦ੍ਰਿਸ਼ਟੀ ਵਿੱਚ ਜੰਗਲ ਹੈ, ਨਾ ਉਹਨਾਂ ਦੀ ਦ੍ਰਿਸ਼ਟੀ ਵਿੱਚ ਘਰ ਹੈ, ਕਿਉਂਕਿ ਉਹਨਾਂ ਵਾਸਤੇ ਤੇ ਬ੍ਰਹਮ ਹੀ ਹੈ। ਜੇ ਘਰ ਹੈ ਉੱਥੇ ਵੀ ਬ੍ਰਹਮ ਹੈ, ਜੇ ਜੰਗਲ ਹੈ ਉੱਥੇ ਵੀ ਬ੍ਰਹਮ ਹੈ। ਤਾਂ ਹੀ ਤਾਂ ਕਲਗੀਧਰ ਜੀ ਕਹਿੰਦੇ ਨਾ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਘਰ ਹੀ ਮਾਹੇ ਉਦਾਸਾ। ਘਰ ਨੂੰ ਹੀ ਬਨ ਸਮਝ ਲੈ, ਜੰਗਲ ਸਮਝ ਲੈ, ਉਥੇ ਵੀ ਪਰਮੇਸ਼ਰ ਦੀ ਜੋਤ ਵਰਤਦੀ ਹੈ, ਘਰ ਦੇ ਵਿੱਚ ਇਥੇ ਵੀ ਪਰਮੇਸ਼ਰ ਦੀ ਜੋਤ ਵਰਤਦੀ ਹੈ। ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ ਬਨ ਸਦਨ ਵਿਖੇ ਇੱਕ ਸਾਰਾ। ਜੰਗਲ ਵਿੱਚ ਤੇ ਘਰ ਦੇ ਵਿੱਚ ਉਹ ਬ੍ਰਹਮ ਇੱਕ ਸਾਰ, ਇੱਕ ਸਮਾਨ ਵਰਤਦਾ ਹੈ। ਜਾਣੇ ਰਵਿਓ RAM ਉਦਾਰਾ। ਗੁਰਮੁਖ ਜਨਾਂ ਨੇ ਇੱਕ ਰਾਮ ਨੂੰ ਹਰ ਪਾਸੇ ਰਮਿਆ ਹੋਇਆ ਜਾਣਿਆ ਹੈ। ਸੁਨ ਇਵ ਮੂਲੇ ਬਚਨ ਬਖਾਨਾ। ਜਦੋਂ ਪਾਤਸ਼ਾਹ ਨੇ ਅਜਿਹੇ ਬਚਨ ਆਖੇ ਤੇ ਭਾਈ ਮੂਲ ਚੰਦ ਜੀ ਨੇ ਸੁਣ ਕੇ ਅੱਗੋਂ ਜਵਾਬ ਦਿੱਤਾ ਹੈ, ਇਹ ਭਾ ਸਿਰਰੀ ਮਤ ਬਵਰਾਨਾ। ਆਖਣ ਲੱਗੇ ਵੀ ਇਹ ਨਾ ਜਿੱਦੀ ਹੋ ਗਿਆ, ਢੀਠ ਹੋ ਗਿਆ, ਤੇ ਇਹਦੀ ਜਿਹੜੀ ਮਤ ਹੈ ਨਾ ਉਹ ਵੀ ਬੌਰੀ ਹੋ ਗਈ ਹੈ। ਕਿਆ ਬੋਲਤ ਸਮਝਤ ਹੋ ਨਾਈ। ਪਤਾ ਨਹੀਂ ਇਹ ਕੀ ਬੋਲਦਾ, ਮੈਨੂੰ ਸਮਝ ਹੀ ਨਹੀਂ ਆ ਰਹੀ। ਇੱਥੇ ਆ ਕੇ ਤਾਂ ਮਸਲਾ ਖੜਾ ਹੁੰਦਾ ਵੀ ਭਗਤਾ ਤੈ ਸੰਸਾਰੀਆ ਜੋੜ ਕਦੇ ਨਾ ਆਇਆ, ਕਿਉਂਕਿ ਜੋ ਭਗਤ ਬੋਲਦੇ ਨੇ ਉਹ ਸੰਸਾਰੀ ਨੂੰ ਸਮਝ ਨਹੀਂ ਆਉਂਦਾ। ਸੰਸਾਰੀ ਮਨੁੱਖ ਦੀ ਅਵਸਥਾ ਭਗਤ ਸਮਝਦਾ ਹੁੰਦਾ ਹੈ, ਪਰ ਭਗਤ ਦੀ ਅਵਸਥਾ ਉਹ ਸੰਸਾਰੀ ਨਹੀਂ ਸਮਝਦਾ ਹੁੰਦਾ। ਤੇ ਜੋ ਭਗਤ ਕਹਿ ਰਹੇ ਆ ਉਹ ਸਾਨੂੰ ਫਿੱਟ ਨਹੀਂ ਬਹਿੰਦਾ। ਇੱਥੇ ਆ ਕਰਕੇ ਅਸੀਂ ਫਿਰ ਭਗਤਾਂ ਨੂੰ ਬਾਬਰਾ ਵੀ ਕਹਿ ਦਿੰਦੇ ਆ। ਭਗਤ ਕਬੀਰ ਸਾਹਿਬ ਨੂੰ ਲੋਕਾਂ ਨੇ ਵੇਖੋ ਕਮਲਾ ਵੀ ਆਖਿਆ, ਬੁਰਾ ਭਲਾ ਵੀ ਉਹਨਾਂ ਨੇ ਬੋਲਿਆ, ਤੇ ਅਖੀਰ ਭਗਤ ਜੀ ਨੂੰ ਕਹਿਣਾ ਪਿਆ। ਆਖਦੇ ਨੇ ਮੈਂ ਬੌਰੀ ਮੇਰਾ ਰਾਮ ਪਧਾਰ। ਮੈਂ ਬੌਰੀ ਹਾਂ, ਮੈਂ ਬੌਰਾ ਹਾਂ ਮੇਰੇ ਬਾਬਾ, ਮੈਂ ਬੌਰਾ ਸਭ ਖਲਕ ਸਿਆਣੀ। ਮੈਂ ਬੌਰਾ, ਮੈਂ ਹੀ ਪਾਗਲ ਹਾਂ, ਮੇਰੀ ਮਤ ਬੌਰੀ ਹੋ ਗਈ ਹੈ। ਸਾਰੀ ਖਲਕਤ ਹੀ ਕਹਿੰਦੇ ਸਿਆਣੀ ਹੈ। ਫਿਰ ਨਾਲ ਇਹ ਵੀ ਕਹਿ ਦਿੱਤਾ, ਉਦਾਂ ਦਾ ਬੌਰਾ ਨਾ ਸਮਝਿਓ ਜਿਵੇਂ ਜੇ ਸੰਸਾਰ ਦੇ ਵਿੱਚ ਬੌਰੇ ਹੁੰਦੇ, ਕਮਲੇ ਹੁੰਦੇ ਨੇ। ਕਹਿੰਦੇ ਆਪ ਨਾ ਬੌਰਾ,
ਰਾਮ ਕੀਓ ਬੌਰਾ ਸਤਿਗੁਰ ਜਾਰ ਗਇਓ ਭਰਮ ਮੋਰਾ। ਮੈਂ ਆਪ ਬੌਰਾ ਨਹੀਂ ਹੋਇਆ, ਮੈਨੂੰ ਉਹ ਰਾਮ ਨੇ ਬੌਰਾ ਕਰ ਦਿੱਤਾ, ਕਿਉਂਕਿ ਉਹਦਾ ਬਿਰਹਾ ਮੇਰੇ ਜੀਵਨ ਵਿੱਚ ਪੈਦਾ ਹੋ ਗਿਆ ਤੇ ਸਤਿਗੁਰਾਂ ਨੇ ਕਿਰਪਾ ਕਰਕੇ ਮੇਰੇ ਅੰਦਰ ਦਾ ਭਰਮ ਸਾੜ ਦਿੱਤਾ। ਅਵਿਦਿਆ ਨਾਸ਼ ਹੋ ਗਈ, ਹਰ ਪਾਸੇ ਬ੍ਰਹਮ ਨਜ਼ਰ ਆਉਂਦਾ ਹੈ ਤੇ ਜਦੋਂ ਹੁਣ ਬ੍ਰਹਮ ਦੀ ਗੱਲ ਭਗਤ ਕਰਦਾ ਸੰਸਾਰ ਨੂੰ ਸਮਝ ਕੋਈ ਨਹੀਂ ਆਉਂਦੀ। ਤੇ ਭਾਈ ਮੂਲ ਚੰਦ ਜੀ ਕਹਿੰਦੇ ਵੀ ਮੈਨੂੰ ਨਹੀਂ ਪਤਾ ਲੱਗਦਾ ਵੀ ਇਹ ਕਿਹੋ ਜੀਆਂ ਗੱਲਾਂ ਕਰਦਾ, ਇਹ ਬੌਰਾ ਹੋ ਗਿਆ ਹੈ। ਮਨ ਉਪਜਤ ਮੁਖ ਆਵਤ ਪ੍ਰਾਹੀ। ਜੋ ਇਹਦੇ ਮਨ ਦੇ ਵਿੱਚ ਆਉਂਦਾ ਉਹੀ ਇਹ ਮੁਖ ਦੇ ਨਾਲ ਬੋਲੀ ਜਾਂਦਾ ਹੈ। ਕਯੋ ਕਿਸੂ ਕੋ ਸੁਣੇ ਨਾ ਮਾਨੇ। ਇਹ ਕਿਨਾ ਕਿਸੇ ਦਾ ਵੀ ਕਹਿਆ ਹੋਇਆ ਨਾ ਸੁਣਦੇ ਨੇ ਤੇ ਨਾ ਹੀ ਮੰਨਦੇ ਹਨ। ਕਿਉ ਪੰਡਤ ਇਹ ਸੰਗ ਬਖਾਨੇ। ਆਖਣ ਲੱਗੇ ਪੰਡਤ ਜੀ ਕਿਉਂ ਇਹਨਾਂ ਦੇ ਨਾਲ ਤੁਸੀਂ ਗੱਲਾਂ ਕਰਦੇ ਹੋ, ਕਿਉਂ ਇਹਨਾਂ ਨੂੰ ਉਪਦੇਸ਼ ਦਿੰਦੇ ਹੋ, ਇਹ ਨਹੀਂ ਕਿਸੇ ਦਾ ਕਹਿਆ ਸੁਣਿਆ ਮੰਨਦੇ। ਨੈ ਬੋਲੋ ਗਵਨੋ ਨਿਜ ਧਾਮੂ। ਇਹਨਾਂ ਦੇ ਨਾਲ ਤੁਸੀਂ ਹੁਣ ਨਾ ਬੋਲੋ, ਤੁਸੀਂ ਆਪਣੇ ਘਰ ਨੂੰ ਚਲੇ ਜਾਵੋ। ਤੁਮ ਆਏ ਚਲ ਹਮਰੇ ਕਾਮੂ। ਮੈਂ ਤੁਹਾਡਾ ਧੰਨਵਾਦ ਵੀ ਕਰਦਾ, ਤੁਸੀਂ ਸਾਡਾ ਕੰਮ ਕਰਨ ਵਾਸਤੇ ਇੱਥੇ ਆਏ, ਇਹਨਾਂ ਨੂੰ ਸਮਝਾਉਣ ਵਾਸਤੇ ਆਏ। ਤੇ ਹੁਣ ਬੇਨਤੀ ਹੈ ਵੀ ਇਹਨਾਂ ਨੇ ਕੋਈ ਨਹੀਂ ਸਮਝਣਾ, ਜੇ ਤੁਸੀਂ ਆਪਣੇ ਘਰ ਨੂੰ ਚਲੇ ਜਾਵੋ। ਇਹ ਬਿਦ ਸੁਨ ਕਰ ਕੁਮਤ ਨਿਕਦਨਾ। ਮਾੜੀ ਮੱਤ ਦਾ ਨਾਸ਼ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਸ ਪ੍ਰਕਾਰ ਦੇ ਬਚਨ ਸੁਣੇ ਹਨ। ਸੁਮਤ ਸਦਨ ਬੋਲੇ ਬਚ ਬਦਨਾ। ਸ੍ਰੇਸ਼ਟ ਬੁੱਧੀ ਦੇ ਘਰ ਸ੍ਰੇਸ਼ਟ ਬੁੱਧੀ ਦੀ ਦਾਤ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਰਾਹੀਂ ਇਹ ਬਚਨ ਉਚਾਰਦੇ ਹਨ। ਸ਼ਬਦ ਸੁਪਦ ਚਤਰਥ ਤਬ ਕਹਾ। ਸਤਿਗੁਰੂ ਜੀ ਨੇ ਪਾਵਨ ਸ਼ਬਦ ਦਾ ਚੌਥਾ ਪਦਾ ਉਚਾਰਨ ਕੀਤਾ ਹੈ। ਨਿਜ ਸਿੱਖਨ ਜਿਨ ਸਭ ਦੁਖ ਦਹਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਸਿੱਖਾਂ ਦੇ ਸਾਰੇ ਦੁੱਖ ਨਸ਼ਟ ਕਰ ਦਿੱਤੇ। ਸਤਿਗੁਰੂ ਕਲਗੀਧਰ ਜੀ ਲਿਖਦੇ ਨਾ, ਤਿੰਨ ਬੇਦੀਆਂ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦਏ ਜੈ ਤਹਿ ਭਏ ਸਹਾਏ। ਤਿਨ ਇਹ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਾਹੁ ਬਤਾਇਓ। ਜੋ ਤਾਕੇ ਮਾਰਗ ਮੈਂ ਆਏ ਤੇ ਕਬਹੂ ਨਹੀਂ ਪਾਪ ਸੰਤਾਏ। ਜੇ ਜੇ ਪੰਥ ਤਵਨ ਕੇ ਪਰੇ ਪਾਪ ਤਾਪ ਤਿਨ ਕੇ ਸਭ ਹਰੇ। ਦੁਖ ਭੂਖ ਕਬਹੂ ਨਾ ਸੰਤਾਏ ਜਾਲ ਕਾਲ ਜਾਲ ਕੇ ਬੀਚ ਨਾ ਆਏ। ਉਹਨਾਂ ਨੂੰ ਕਦੇ ਦੁੱਖ ਭੁੱਖ ਕਦੇ ਵੀ ਸੰਤਾਪੀ ਨਹੀਂ, ਉਹਨਾਂ ਨੂੰ ਕਦੇ ਦੁੱਖ ਨਹੀਂ ਉਹਨਾਂ ਦੇ ਨੇੜੇ ਆਇਆ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦੱਸੇ ਹੋਏ ਮਾਰਗ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ। ਆਪਣੇ ਸੁੱਖਾਂ ਨੂੰ ਆਪਣੇ ਦਾਸਾਂ ਨੂੰ ਸੁੱਖ ਦੇਣ ਵਾਸਤੇ ਮੇਰੇ ਪਾਤਸ਼ਾਹ ਇਸ ਮਾਤ ਲੋਕ ਦੀ ਧਰਤੀ ਤੇ ਆਏ। ਐਸੇ ਗੁਰਦੇਵ ਪਿਤਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਾਵਨ ਪਵਿੱਤਰ ਸ਼ਬਦ ਦਾ ਚੌਥਾ ਪਦਾ ਉਚਾਰਿਆ ਹੈ। ਸ੍ਰੀ ਮੁਖ ਵਾਕ ਕਹਿਆ ਸੁਣੇ ਨ ਖਾਇਆ ਮਾਨੇ। ਤਿਨਾ ਹੀ ਸੇਤੀ ਵਾਸਾ। ਪਾਤਸ਼ਾਹ ਕਹਿੰਦੇ ਨੇ ਕਿ ਇਹ ਜੀਵ ਦਾ ਜਿਹੜਾ ਮਨ ਹੈ, ਕਹਿਆ ਜੋ ਕਿਹਾ ਜਾਂਦਾ ਉਹਨੂੰ ਸੁਣਦਾ ਨਹੀਂ। ਮਨ ਸਾਡਾ ਕਹੇ ਨੂੰ ਸੁਣਦਾ ਨਹੀਂ। ਮਹਾਰਾਜ ਸਾਨੂੰ ਜਿੰਨਾ ਮਰਜ਼ੀ ਉਪਦੇਸ਼ ਦਈ ਜਾਣ, ਅਸੀਂ ਕਿਹੜਾ ਸਮਝਦੇ ਆ। ਉੱਥੇ ਦੇ ਉੱਥੇ ਹੀ ਖਲੋਤੇ ਰਹਿੰਦੇ ਆ ਨਾ। ਧੰਨ ਭਾਗ ਉਹਨਾਂ ਗੁਰਸਿੱਖਾਂ ਦੇ ਜੋ ਗੁਰੂ ਕੇ ਬਚਨਾਂ ਦੀ ਕਮਾਈ ਕਰ ਲੈਂਦੇ ਨੇ। ਇਹਦਾ ਭਾਵ ਇਹ ਨਾ ਸਮਝਿਓ ਵੀ ਸੁਣਨਾ ਹੀ ਨਹੀਂ ਚਾਹੀਦਾ। ਸੁਣ ਸੁਣ ਕੇ ਹੀ ਜੀਵਨ ਬਦਲਦਾ। ਹੋ ਸਕਦਾ ਕਿਸੇ ਦਾ ਜੀਵਨ ਸਾਲ ਵਿੱਚ 2 ਸਾਲ, ਕਿਸੇ ਨੂੰ 50 ਸਾਲ ਵੀ ਲੱਗ ਜਾਣ, ਪਰ ਸੰਗਤ ਕਰਨੀ ਨਾ ਤਿਆਗੀਏ। ਪਰ ਕਈ ਥਾਵਾਂ ਤੇ ਆ ਕੇ ਮਨੁੱਖ ਦਾ ਜਿਹੜਾ ਜੀਵਨ ਐਸਾ ਬਣ ਜਾਂਦਾ ਹੈ ਕਿ ਸੁਣਨ ਦੇ ਨਾਲ ਕਈ ਵਾਰੀ ਜੀਵਨ ਸਾਡਾ ਨਹੀਂ ਬਦਲਦਾ। ਕਿਉਂ? ਅਸੀਂ ਸੁਣਿਆ ਕਦੇ ਮੰਨਦੇ ਨਹੀਂ ਜੀਵਨ ਅੰਦਰ। ਜਿਵੇਂ ਇੱਕ ਵਿਦਵਾਨ ਨੇ ਇੱਕ ਛੋਟੀ ਜਿਹੀ ਉਦਾਹਰਣ ਦਿੱਤੀ। ਚੀਨ ਦੇ ਵਿੱਚ ਇੱਕ ਰਾਜਾ ਸੀ ਤੇ ਕੋਈ ਸਾਧੂ ਮਹਾਤਮਾ ਆ ਗਿਆ। ਰਾਜਾ ਕਹਿੰਦਾ ਜੀ ਤੁਸੀਂ ਸਾਨੂੰ ਰੱਬ ਦੀ ਗੱਲ ਸੁਣਾਇਆ ਕਰੋ। ਕਹਿੰਦਾ ਠੀਕ ਹੈ ਜੀ। 2-4 ਦਿਨ ਉਹਨੇ ਕਥਾ ਸੁਣਾਈ। ਇੱਕ ਦਿਨ ਨਾ ਪਿਛਲੇ ਪਾਸੇ ਵੱਡਾ ਸਾਰਾ ਪੱਥਰ ਸੀ ਤੇ ਉਹਦੇ ਵੱਲ ਨਾ ਮੂੰਹ ਕਰਕੇ ਬਹਿ ਗਿਆ ਤੇ ਕਥਾ ਕਰੀ ਜਾਏ। ਸਾਹਮਣੇ ਬੈਠਾ ਰਾਜਾ ਉਹ ਹੈਰਾਨ ਹੋਇਆ ਵੀ ਅੱਗੇ ਸਾਡੇ ਵੱਲ ਮੂੰਹ ਕਰਕੇ ਕਥਾ ਕਰਦੇ ਸਨ, ਅੱਜ ਇਹਨਾਂ ਨੂੰ ਕੀ ਹੋ ਗਿਆ ਵੀ ਇਹਨਾਂ ਪੱਥਰ ਵੱਲ ਮੂੰਹ ਕਰ ਲਿਆ। ਵੀ ਜਦੋਂ ਜਿਉਂਦੇ ਜਾਗਦੇ ਮਨੁੱਖ ਸਾਹਮਣੇ ਬੈਠੇ ਨੇ
ਉਹਨਾਂ ਨੂੰ ਸੁਣਾਉਣਾ ਚਾਹੀਦਾ ਨਾ। ਇਹ ਪੱਥਰ ਨੂੰ ਕੀ ਸੁਣਾਈ ਜਾਂਦੇ ਨੇ? ਜਦੋਂ ਮਹਾਤਮਾ ਨੇ ਆਪਣੀ ਕਥਾ ਜਿਹੜੀ ਸਮਾਪਤ ਕੀਤੀ, ਰਾਜਾ ਕਹਿਣ ਲੱਗਾ, ਸੰਤ ਜੀ ਅਸੀਂ ਸਾਹਮਣੇ ਬੈਠੇ ਹਾਂ ਜਿਉਂਦੇ ਜਾਗਦੇ ਤੁਹਾਡਾ ਉਪਦੇਸ਼ ਸੁਣਨ ਵਾਸਤੇ, ਤੇ ਤੁਸਾਂ ਨੇ ਪੱਥਰ ਵੱਲ ਮੂੰਹ ਕਰਕੇ ਇੱਧਰ ਕਥਾ ਕਰ ਦਿੱਤੀ ਹੈ, ਸਾਡੇ ਕੋਲੋਂ ਕੀ ਗਲਤੀ ਹੋ ਗਈ? ਕਹਿੰਦੇ ਸੁਣਾਉਣਾ ਤਾਂ ਪੱਥਰ ਨੂੰ ਹੀ ਸੀਗਾ, ਸਾਹਮਣੇ ਕਈ ਪੱਥਰ ਬੈਠੇ ਨੇ, ਪਿੱਛੇ ਇੱਕ ਪੱਥਰ ਹੈ। ਮੈਂ ਸੋਚਿਆ ਵੀ ਚੱਲ ਅੱਜ ਇੱਧਰ ਨੂੰ ਹੀ ਮੂੰਹ ਕਰ ਲਈਏ, ਹੈ ਤਾਂ ਪੱਥਰ ਹੀ, ਵੀ ਤੁਸੀਂ ਵੀ ਪੱਥਰ ਹੋ, ਆ ਪਿੱਛੇ ਵੀ ਪੱਥਰ ਹੈ, ਕੀ ਫਰਕ ਪੈਂਦਾ ਹੈ? ਪੱਥਰ ਨੂੰ ਹੀ ਸੁਣਾਉਣਾ ਹੈ। ਰਾਜਾ ਕਹਿੰਦਾ ਜੀ ਸਮਝਿਆ ਨਹੀਂ। ਕਹਿੰਦੇ ਇਸ ਕਰਕੇ ਨਹੀਂ ਸਮਝੇ, ਆਖਦੇ ਵੀ ਜੋ 4-5 ਦਿਨ ਹੋ ਗਏ ਮੈਂ ਤੁਹਾਨੂੰ ਕਥਾ ਸੁਣਾਉਂਦਿਆਂ, ਤੁਸੀਂ ਕਿਹੜਾ ਬਦਲ ਗਏ ਹੋ? ਉੱਥੇ ਦੇ ਉੱਥੇ ਹੀ ਖੜੇ ਹੋਏ ਹੋ ਨਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਾਂ ਹੀ ਕਹਿੰਦੇ ਨੇ ਵੀ ਪਾਣੀ ਦੇ ਵਿੱਚ ਪੱਥਰ ਨੂੰ ਰੱਖ ਦਈਏ ਤੇ ਉਹ ਕਦੇ ਭਿੱਜਦਾ ਨਹੀਂ। ਅਸਲ 'ਚ ਸੱਚ ਜਾਣਿਓ, ਕਈ ਵਾਰੀ ਸਾਡੇ ਹਾਲਾਤ ਵੀ ਇਦਾਂ ਦੇ ਬਣ ਜਾਂਦੇ ਨੇ। ਭਾਈ ਗੁਰਦਾਸ ਸਾਹਿਬ ਜੀ ਇਸੇ ਕਰਕੇ ਕਹਿੰਦੇ ਨੇ, ਪੱਥਰ ਹੱਠ ਨਾ ਘਟਈ। ਪੱਥਰ ਦਾ ਜਿਹੜਾ ਹੱਠ ਹੈ ਨਾ ਉਹ ਕਦੇ ਘਟਦਾ ਨਹੀਂ। ਪਾਣੀ ਪੱਥਰ ਰੱਖੀਐ ਮਨ ਹੱਟ ਨਾ ਘਟੈ, ਉਹਦਾ ਕਦੇ ਹੱਠ ਨਹੀਂ ਘਟਦਾ। ਉਹਨੂੰ ਭਾਵੇਂ ਪਾਣੀ ਦੇ ਵਿੱਚ ਰੱਖ ਦਿਓ, ਉਦਾਂ ਦਾ ਹੀ ਰਹਿੰਦਾ। ਇਸੇ ਤਰ੍ਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਜੋ ਕਹਿਆ ਜਾਂਦਾ ਹੈ ਸੁਣਦਾ ਵੀ ਜ਼ਰੂਰ ਹੈ, ਤੇ ਸੁਣ ਕੇ ਪਰ ਮੰਨਦਾ ਨਹੀਂ। ਮਨ ਜਿਹੜਾ ਹੈ ਉਹ ਕਹਿਆ ਤੇ ਸੁਣਿਆ ਨਹੀਂ ਮੰਨਦਾ, ਤੇ ਨਾ ਖਾਇਆ ਮਨ ਹੈ। ਫਿਰ ਵਿਦਵਾਨ ਅਰਥ ਇਹਦਾ ਇਹ ਕਰਦੇ ਵੀ ਜੋ ਕੁਝ ਅਸੀਂ ਖਾ ਰਹੇ ਹਾਂ ਤੇ ਸਾਡੇ ਜਿਹੜੇ ਪ੍ਰਾਣ ਹਨ ਉਹਨਾਂ ਨੂੰ ਮੰਨਦੇ ਨਹੀਂ ਹਨ, ਤੇ ਤਿਨਾ ਹੀ ਸੇਤੀ ਵਾਸਾ। ਫਿਰ ਵਸਦਾ ਵੀ ਉਹਨਾਂ ਦੇ ਨਾਲ ਹੈ, ਰਹਿੰਦਾ ਵੀ ਉਹਨਾਂ ਦੇ ਨਾਲ ਹੈ। ਪ੍ਰਣਵਤ ਨਾਨਕ ਦਾਸਨ ਦਾਸਾ, ਖਿਨ ਤੋਲਾ ਖਿਨ ਮਾਸਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ, ਹੇ ਅਕਾਲ ਪੁਰਖ ਆਪ ਜੀ ਦੇ ਜੋ ਦਾਸ, ਮੈਂ ਉਹਨਾਂ ਦਾ ਦਾਸ ਹਾਂ। ਪਰ ਇਹ ਮਨ ਦੀ ਜਿਹੜੀ ਅਵਸਥਾ, ਖਿਨ ਵਿੱਚ ਇਹ ਮਨ ਤੋਲਾ ਤੇ ਖਿਨ ਵਿੱਚ ਮਾਸਾ ਹੈ। ਕਦੇ ਮਨ ਅੱਤ ਦਾ ਨੀਚ ਹੋ ਜਾਂਦਾ ਹੈ, ਕਦੇ ਮਨ ਧਾਰਮਿਕ ਬਣ ਜਾਂਦਾ ਹੈ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਕਦੇ ਤਾਂ ਸੋਚ ਬੜੀ ਪਵਿੱਤਰ ਹੋ ਜਾਂਦੀ ਹੈ, ਤੇ ਕਦੇ ਸੋਚ ਮਨੁੱਖ ਦੀ ਅੱਤ ਦੀ ਨੀਚ ਹੋ ਜਾਂਦੀ ਹੈ। ਭਾਵੇਂ ਮਨ ਟਿਕਦਾ ਨਹੀਂ, ਖਿਨ ਵਿੱਚ ਤੋਲਾ ਤੇ ਖਿਨ ਵਿੱਚ ਇਹ ਮਾਸਾ ਬਣ ਜਾਂਦਾ ਹੈ। ਦੋਹਰਾ ਪਾਰਖੀਕ ਬਸ ਆਪਈ, ਕਇਆ ਸੁਨਤ ਨੇ ਜੋਈ। ਸਾਹਿਬ ਕਹਿੰਦੇ ਜੋ ਆਪਣੀਆਂ ਇੰਦਰੀਆਂ ਦੇ ਵਸ ਹੋ ਗਿਆ, ਉਹ ਕਿਸੇ ਦਾ ਕਹਿਆ ਤੇ ਸੁਣਿਆ ਨਹੀਂ ਮੰਨਦਾ। ਜੋ ਇੰਦਰੀਆਂ ਦੇ ਵਸ ਹੋ ਗਿਆ, ਮਨ ਜਿਹੜਾ ਇੰਦਰੀਆਂ ਵਸ ਪੈ ਗਿਆ, ਰਸਾਂ ਕਸਾਂ ਦਾ ਸਵਾਦ ਪੈ ਗਿਆ, ਤੇ ਗੁਰੂ ਦਾ ਕਹਿਆ ਦੱਸਿਆ ਹੋਇਆ ਉਪਦੇਸ਼ ਉਹ ਨਾ ਸੁਣਦਾ ਨਾ ਮੰਨਦਾ ਹੈ। ਸ਼ੁਭ ਉਪਦੇਸ਼ ਨਾ ਮਾਨਈ, ਚਹਿਤ ਬਿਖੇ ਨਿਤ ਸੋਏ। ਗੁਰੂ ਦਾ ਪਾਵਨ ਦੱਸਿਆ ਹੋਇਆ ਸ਼ੁਭ ਉਪਦੇਸ਼ ਨਹੀਂ ਮੰਨਦਾ, ਕਿਉਂਕਿ ਮਨ ਚਾਹੁੰਦਾ ਹੈ ਵੀ ਉਹ ਨਿਤ ਵਿਸ਼ੇ ਵਿਕਾਰਾਂ ਵਿੱਚ ਰਹੇ, ਵਿਸ਼ੇ ਵਿਕਾਰਾਂ ਨੂੰ ਭੋਗਦਾ ਰਹੇ। ਗੁਰੂ ਸਾਹਿਬ ਜੀ ਕਹਿੰਦੇ, ਵਿਸ਼ੇ ਵਿਕਾਰ ਤਿਆਗ ਵਿਖੇ ਬਨ ਫੀਕਾ, ਤਿਆਗ ਰੀ ਸਖੀਏ ਨਾਮ ਮਹਾਰਸ ਪੀਓ। ਸਤਿਗੁਰੂ ਤਾਂ ਇਹ ਉਪਦੇਸ਼ ਦਿੰਦੇ ਨੇ ਵੀ ਨਾਮ ਦਾ ਮਹਾਰਸ ਛਕ, ਪਰ ਮਨ ਨਹੀਂ ਚਾਹੁੰਦਾ। ਮਨ ਨੂੰ ਜਿਹੜਾ ਰਸ ਹੈ ਉਹ ਵਿਸ਼ੇ ਵਿਕਾਰਾਂ ਦੇ ਵਿੱਚੋਂ ਆਉਂਦਾ ਹੈ, ਇਸ ਕਰਕੇ ਗੁਰੂ ਦਾ ਉਪਦੇਸ਼ ਨਹੀਂ ਸੁਣਨਾ ਚਾਹੁੰਦਾ। ਚੌਪਈ ਪੀਖਤ ਰੂਪ ਨਾ ਨੈਣ ਅਗਾਏ। ਰੂਪ ਵੇਖ ਵੇਖ ਕੇ ਮਨੁੱਖ ਦੇ ਨੇਤਰ ਨਹੀਂ ਰੱਜੇ, ਅੱਖੀ ਵੇਖ ਨਾ ਰੱਜੀਆ ਬਹੁ ਰੰਗ ਤਮਾਸ਼ੇ। ਭਾਈ ਗੁਰਦਾਸ ਜੀ ਕਹਿੰਦੇ, ਦੁਨੀਆ ਦੇ ਰੰਗ ਤਮਾਸ਼ੇ ਵੇਖ ਕੇ ਮਨੁੱਖ ਦੀਆਂ ਅੱਖਾਂ ਨਹੀਂ ਰੱਜਦੀਆਂ। ਜਿਉਂ-ਜਿਉਂ ਵੇਖਦਾ ਤਿਉਂ-ਤਿਉਂ ਵੇਖਣ ਦੀ ਚਾਹਨਾ ਹੋਰ ਜ਼ਿਆਦੀ ਅੰਦਰ ਪੈਦਾ ਹੁੰਦੀ ਹੈ। ਕਰਨ ਰਾਗ ਸੁਨ ਨੈ ਤ੍ਰਿਪਤਾਏ। ਜਿਹੜੇ ਕੰਨ ਹਨ ਉਹ ਰਾਗ ਸੁਣ ਸੁਣ ਕੇ ਤ੍ਰਿਪਤ ਨਹੀਂ ਹੋਏ। ਰਾਗ ਕਿਹੜਾ? ਰਾਗ ਸਾਧ ਸੰਗਤ ਜੀ ਇੱਕ ਸੋਨੇ ਦਾ ਭਾਂਡਾ ਹੈ, ਭਾਵੇਂ ਇਹਦੇ 'ਚ ਜ਼ਹਿਰ ਪਾ ਲਓ ਤੇ ਭਾਵੇਂ ਅੰਮ੍ਰਿਤ ਪਾ ਲਓ। ਜਦੋਂ ਦਸਤਗੀਰ ਦੇ ਪਾਸ ਜਾ ਕੇ ਗੁਰੂ ਨਾਨਕ ਸਾਹਿਬ ਜੀ ਕੀਰਤਨ ਕਰਦੇ ਨੇ, ਉਹਨੇ ਆਖਿਆ ਜੀ ਰਾਗ ਗਾਣਾ ਹਰਾਮ ਹੈ। ਮਹਾਰਾਜ ਕਹਿੰਦੇ ਰਾਗ ਮਾੜਾ ਨਹੀਂ,
ਰਾਗ ਤਾਂ ਸੋਨੇ ਦਾ ਭਾਂਡਾ ਹੈ, ਇਹਦੇ ਵਿੱਚ ਅੰਮ੍ਰਿਤ ਪਾ ਲਓ ਤੇ ਚਾਹੇ ਇਹਦੇ ਵਿੱਚ ਜ਼ਹਿਰ ਪਾ ਲਓ। ਤੇ ਮਨੁੱਖ ਕੀ ਕਰਦਾ ਹੈ ਕਿ ਇਹ ਰਾਗ ਰੂਪੀ ਭਾਂਡੇ ਵਿੱਚ ਲੱਚਰਪੁਣੇ ਦਾ ਜ਼ਹਿਰ ਪਾ ਕੇ ਉਹਨੂੰ ਸੁਣਦਾ ਹੈ। ਅੱਜ ਦੇ ਸਮੇਂ ਵਿੱਚ ਅਜੋਕਾ ਸਮਾਂ ਜਿਹੜਾ ਚੱਲ ਰਿਹਾ ਹੈ, ਇਹਨਾਂ ਬਾਣੀ ਨਾਲ ਸਾਡਾ ਪ੍ਰੇਮ ਨਹੀਂ ਰਿਹਾ, ਸਾਡੀ ਨੌਜਵਾਨੀ ਦਾ ਪ੍ਰੇਮ ਨਹੀਂ ਰਿਹਾ ਇਹਨਾਂ ਬਾਣੀ ਨਾਲ, ਸੇਵਾ ਸਿਮਰਨ ਦੇ ਨਾਲ ਜਿੰਨਾ ਲੱਚਰਪੁਣੇ ਨਾਲ ਪ੍ਰੇਮ ਰਿਹਾ। ਚਾਰ ਸਾਹਿਬਜ਼ਾਦਿਆਂ ਦੇ ਨਾਮ ਪੁੱਛ ਲਓ, ਸ਼ਹੀਦੀ ਦਿਹਾੜੇ ਚੱਲਦੇ ਪਏ ਨੇ। ਪੰਜ ਪਿਆਰਿਆਂ ਦੇ ਨਾਮ ਪੁੱਛ ਲਓ, ਕਿਹੜਾ ਸਤਿਗੁਰਾਂ ਦੇ ਪੰਜ ਪਿਆਰਿਆਂ ਵਿੱਚੋਂ ਸਿੰਘ ਕਿੱਥੇ ਸ਼ਹੀਦ ਹੋਇਆ ਪੁੱਛ ਲਓ, ਕਿਸੇ ਨੂੰ ਜਵਾਬ ਨਹੀਂ ਆਏਗਾ। ਬਾਕੀ ਸਾਰੀ ਦੁਨੀਆ ਗਣਾ ਦੇਣਗੇ ਸਾਨੂੰ। ਜਿਹੜਾ ਲੱਚਰਪੁਣੇ ਦਾ ਇਹ ਭਾਂਡਾ ਹੈ ਨਾ, ਜਿਹੜਾ ਰਾਗ ਦੇ ਭਾਂਡੇ ਅੰਦਰ ਲੱਚਰਪੁਣੇ ਦਾ ਜ਼ਹਿਰ ਪਾ ਕੇ ਤੇ ਉਹਨੂੰ ਕੰਨਾਂ ਦੇ ਨਾਲ ਹਰ ਵਕਤ ਸੁਣਦਾ ਰਹਿੰਦਾ ਹੈ, ਤੇ ਇਹਦੇ ਕੰਨ ਜਿਹੜੇ ਉਹ ਰਜਦੇ ਨਹੀਂ ਹਨ। ਤੇ ਸਤਿਗੁਰੂ ਜੀ ਅਰਦਾਸ ਕਰਦੇ, ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ। ਸਤਿਗੁਰੂ ਕਹਿੰਦੇ, ਵਾਹਿਗੁਰੂ ਕਿਰਪਾ ਕਰਿਓ, ਕੰਨਾਂ ਨਾਲ ਮੈਂ ਕਦੇ ਵੀ ਇਹ ਸਾਕਤ ਨਾਦ ਨਾ ਸੁਣਾ। ਸਾਕਤ ਨਾਦ ਬੋਲ, ਜਿਹੜੇ ਸਾਕਤਾਂ ਦਾ ਨਾਦ ਹੈ ਨਾ, ਮਹਾਰਾਜ ਕਹਿੰਦੇ ਇਹ ਸਾਕਤ ਧੁਨੀ ਨਹੀਂ ਮੈਂ ਸੁਣਨਾ ਚਾਹੁੰਦਾ, ਇਹ ਜ਼ਹਿਰ ਮੈਂ ਕੰਨਾਂ ਨਾਲ ਨਹੀਂ ਸੁਣਨਾ ਚਾਹੁੰਦਾ। ਤੋ ਕੰਨਾਂ ਦੇ ਨਾਲ ਰਾਗ ਸੁਣ ਸੁਣ ਕੇ ਮਨੁੱਖ ਜਿਹੜਾ ਇਹ ਤ੍ਰਿਪਤ ਨਹੀਂ ਹੁੰਦਾ। ਘ੍ਰਾਣ ਸੁਗੰਧ ਸਦਾ ਹੀ ਚਾਹੇ। ਸਾਡੀ ਜਿਹੜੀ ਨਾਸਿਕਾ ਹੈ ਉਹ ਸਦਾ ਚਾਹੁੰਦੀ ਹੈ ਵੀ ਇਹਨੂੰ ਚੰਗੀ ਤੋਂ ਚੰਗੀ ਸੁਗੰਧੀ ਪ੍ਰਾਪਤ ਹੁੰਦੀ ਰਹੇ। ਇਸ ਵਾਸਤੇ ਸਰੀਰ ਉੱਪਰ ਕਈ ਪ੍ਰਕਾਰ ਦੇ ਅਤਰ, ਸੁਗੰਧੀਆਂ, ਪਰਫਿਊਮ ਆਦਿ ਕਰਕੇ ਲਾਉਂਦਾ ਹੈ। ਰਸਨਾ ਸਵਾਦੇ ਤੇ ਨਾ ਹਟਾਏ। ਆਪਣੀ ਰਸਨਾ ਨੂੰ ਸਵਾਦ ਤੋਂ ਨਹੀਂ ਹਟਾਉਂਦਾ, ਮੋੜਦਾ ਨਹੀਂ, ਕਿਉਂਕਿ ਹਟਦੀ ਨਹੀਂ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਹੁਣ ਸਵਾਦ ਜਿਹੜੇ ਰਸਨਾ ਸਾਡੀ ਲੈਂਦੀ ਹੈ ਨਾ, ਤੇ ਫਿਰ ਭਖ ਅਭਖ ਸਭ ਖਾਹੀ। ਖਾਣ ਯੋਗ ਤੇ ਨਾ ਖਾਣ ਯੋਗ ਸਭ ਕੁਝ ਹੀ ਖਾਈ ਜਾਂਦੇ ਆ। ਅੱਜ ਦਾ ਸਮਾਂ ਤਾਂ ਇਦਾਂ ਦਾ ਆ ਗਿਆ ਵੀ ਜੀਭ ਦੇ ਸਵਾਦ ਵਾਸਤੇ, ਪਾਪ ਕਰਨ ਵਾਸਤੇ ਬੰਦਾ ਤਿਆਰ ਬਰ ਤਿਆਰ ਰਹਿੰਦਾ, ਬਸ ਜੀਭ ਨੂੰ ਸਵਾਦ ਆਣਾ ਚਾਹੀਦਾ ਹੈ। ਤੋ ਪਾਤਸ਼ਾਹ ਜੀ ਕਹਿੰਦੇ ਖਾਣ ਤੇ ਨਾ ਖਾਣ ਯੋਗ ਸਭ ਕੁਝ ਖਾਈ ਜਾਂਦਾ ਹੈ, ਕਿਉਂਕਿ ਜੀਭ ਨੂੰ ਰਸ ਚਾਹੀਦਾ ਹੈ। ਤੇ ਮਨੁੱਖ ਦੀ ਇਹ ਜਿਹੜੀ ਰਸਨਾ ਹੈ ਇਹ ਕਦੇ ਤ੍ਰਿਪਤ ਨਹੀਂ ਹੁੰਦੀ ਭੋਜਨ ਪਦਾਰਥ ਛਕ ਕਰਕੇ। ਕੱਲੇ ਭੋਜਨ ਪਦਾਰਥਾਂ ਦੀ ਗੱਲ ਨਹੀਂ ਸਾਧ ਸੰਗਤ ਜੀ, ਆ ਨਿੰਦਿਆ ਚੁਗਲੀ ਇਹ ਵੀ ਇੱਕ ਰਸ ਹੈ, ਇਹ ਵੀ ਭੁੱਖ ਹੁੰਦਾ ਹੈ, ਭੁੱਖ ਦੀ ਨਿਆਈ ਹੈ ਨਿੰਦਿਆ ਚੁਗਲੀ। ਜਿਵੇਂ ਸਾਡੀ ਜ਼ਬਾਨ ਨੂੰ ਰਸ ਲੈਣ ਦੀ ਭੁੱਖ ਹੁੰਦੀ ਹੈ ਨਾ, ਉਦਾਂ ਨਿੰਦਿਆ ਚੁਗਲੀ ਦੀ ਵੀ ਬੜੀ ਭੁੱਖ ਹੁੰਦੀ ਹੈ। ਕਿਤੇ ਆਪਾਂ ਮਿਲ ਕੇ ਬਹਿ ਜਾਈਏ ਤੇ ਉਸੇ ਵਕਤ ਹੀ ਕੋਈ ਚਰਚਾ ਛੇੜ ਕੇ ਬਹਿ ਜਾਂਦੇ ਆ। ਬੰਦਾ ਚਾਹੁੰਦਾ ਵੀ ਕੋਈ ਇੱਕ ਗੱਲ ਛੇੜੇ ਤੇ ਮੈਂ ਪੰਡ ਖੋਲਾਂ ਨਾਲ ਦੀ। ਇਸ ਤਰ੍ਹਾਂ ਹੀ ਹੈ ਨਾ, ਜਿੱਥੇ ਜੁੜ ਕੇ ਬਹਿਨੇ ਅਗਲੇ ਦੇ ਔਗਣਾਂ ਦੀ ਪੰਡ ਖੋਲ ਕੇ ਆਪਾਂ ਬਹਿ ਜਾਂਦੇ ਆ, ਕਿਉਂਕਿ ਬੰਦੇ ਨੂੰ ਨਿੰਦਿਆ ਚੁਗਲੀ ਕਰਨ ਦੇ ਵਿੱਚੋਂ ਬੜਾ ਹੀ ਰਸ ਆਉਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਨਿੰਦਿਆ ਚੁਗਲੀ ਦਾ ਜਿਹੜਾ ਸਵਾਦ ਹੈ ਨਾ, ਇਹਦੇ ਤੋਂ ਵੀ ਸਾਡੀ ਜ਼ਬਾਨ ਨਹੀਂ ਰਜਦੀ। ਕਿਉਂਕਿ ਜ਼ਬਾਨ ਇੱਕ ਐਸਾ ਇੰਦਰ ਹੈ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੀਆਂ ਵਿੱਚੋਂ ਜ਼ਬਾਨ ਕਰਮ ਇੰਦਰਾ ਵੀ ਹੈ, ਤੇ ਜ਼ਬਾਨ ਜਿਹੜਾ ਹੈ ਉਹ ਗਿਆਨ ਇੰਦਰਾ ਵੀ ਹੈ। ਰਸ ਵੀ ਲੈ ਰਹੇ ਹੈ, ਬੋਲਦਾ ਤੇ ਕਰਮ ਇੰਦਰਾ ਰਸ ਲੈਂਦਾ ਹੈ, ਤੇ ਗਿਆਨ ਇੰਦਰਾ ਦੋਨੇ ਕਰਮ ਕਰ ਰਹੇ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਜ਼ਬਾਨ ਸਾਡੀ ਜਿਹੜੀ ਹੈ ਨਿੰਦਿਆ ਚੁਗਲੀ ਦਾ ਰਸ ਵੀ ਪ੍ਰਾਪਤ ਕਰਦੀ ਹੈ ਤੇ ਕਦੇ ਰਜਦੀ ਨਹੀਂ। ਤੁਚਾ ਸਪਰਸ਼ੇ ਕੋਮਲਤਾ ਸਾ। ਸਾਡੀ ਜਿਹੜੀ ਤਵਚਾ ਹੈ, ਪਾਤਸ਼ਾਹ ਕਹਿੰਦੇ ਇਹਨੂੰ ਸਪਰਸ਼ਤਾ ਚਾਹੀਦੀ ਹਰ ਵਕਤ, ਤੇ ਚਾਹੁੰਦਾ ਹੈ ਕੋਮਲ ਤੋਂ ਕੋਮਲ ਜਿਹੜੀ ਸਪਰਸ਼ਤਾ ਹੈ ਉਹ ਮੈਨੂੰ ਪ੍ਰਾਪਤ ਹੋਵੇ। ਭਇਓ ਸਦਾ ਇਨਹੂ ਸੋ ਵਾਸਾ। ਇਹ ਜਿਹੜੀਆਂ ਇੰਦਰੀਆਂ ਜੋ ਕਹਿਆ ਸੁਣਿਆ ਨਹੀਂ ਮੰਨਦੀਆਂ। ਪਹਿਲਾ ਮਨ ਦੀ ਗੱਲ ਹੈ, ਇੱਕ ਭਾਵ ਅਰਥ ਉਹ ਹੈ ਕਿ ਮਨ ਜਿਹੜਾ ਹੈ ਉਹ ਸੁਣਿਆ ਨਹੀਂ ਮੰਨਦਾ। ਕਿਉਂ? ਉਹਨੂੰ ਵਿਸ਼ੇ ਵਿਕਾਰਾਂ ਦਾ ਰਸ ਮਿਲਦਾ ਹੈ ਤੇ ਗੁਰੂ ਦੀ ਕਹੀ ਹੋਈ ਭਲੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਦੂਜੇ ਪਾਸੇ ਇਹ ਇੰਦਰੀਆਂ ਜਿਹੜੀਆਂ ਮਨੁੱਖ ਦੀਆਂ, ਇਹ ਵੀ ਫਿਰ ਕਹਿਆ ਸੁਣਿਆ ਨਹੀਂ ਮੰਨਦੀਆਂ। ਜਿੰਨਾ ਮਰਜੀ ਸਮਝਾ ਲਓ,
ਆਪਣੇ ਆਪਣੇ ਰਸ ਦੇ ਵਿੱਚ ਲੱਗੀਆਂ ਹੋਈਆਂ ਹਨ। ਆਗੇ ਕੋ ਖਾਇਓ ਨੈ ਮਾਨੈ। ਸਤਿਗੁਰੂ ਕਹਿੰਦੇ ਨੇ ਇਹਨਾਂ ਇੰਦਰੀਆਂ ਦੇ ਨਾਲ ਸਦਾ ਹੀ ਇਸ ਜੀਵ ਦਾ ਵਾਸਾ ਰਹਿੰਦਾ ਹੈ। ਜੋ ਮਨੁੱਖ ਨੇ ਪਹਿਲਾਂ ਖਾਧਾ ਹੈ ਤੇ ਉਹਨੂੰ ਫਿਰ ਇਹ ਕਦੇ ਮੰਨਦਾ ਨਹੀਂ। ਵਾਸਾ ਤਿਨਹੀ ਸੋ ਨਿਤ ਠਾਨੈ। ਤੇ ਸਦਾ ਹੀ ਇਹਨਾਂ ਦੇ ਨਾਲ ਵਾਸਾ ਰੱਖਦਾ ਹੈ। ਭਾਵ ਇਹ ਹੈ ਕਿ ਪਿਛਲੇ ਜਨਮ ਦੇ ਵਿੱਚ ਵੀ ਇਹਨਾਂ ਇੰਦਰੀਆਂ ਨਾਲ ਹੀ ਰਹਿੰਦਾ ਸੀਗਾ। ਇਹਨਾਂ ਇੰਦਰੀਆਂ ਦੇ ਰਸ ਕਸ ਦੇ ਵਿੱਚੋਂ ਪਾਪ ਕਰਮ ਕਰਕੇ ਜਿਹੜਾ ਦੁੱਖ ਦਾ ਫਲ ਪ੍ਰਾਪਤ ਹੋਇਆ ਤੇ ਉਹਦਾ ਇਲਜ਼ਾਮ ਪਰਮੇਸ਼ਰ ਦੇ ਲਾ ਦਿੰਦਾ ਵੀ ਰੱਬ ਨੇ ਦੁਖੀ ਕੀਤਾ। ਮੈਂ ਤਾਂ ਇਸ ਜੀਵਨ ਵਿੱਚ ਕੁਝ ਕੀਤਾ ਹੀ ਨਹੀਂ। ਤੇ ਸਤਿਗੁਰੂ ਕਹਿੰਦੇ ਜੋ ਕੀਤਾ ਉਹ ਨਹੀਂ ਮੰਨਦਾ ਤੇ ਫਿਰ ਵੀ ਇਹਨਾਂ ਇੰਦਰੀਆਂ ਦੇ ਰਸ ਕਸ ਵਿੱਚ ਰਹਿ ਕੇ ਬੁਰੇ ਕਰਮ ਕਰਦਾ ਹੈ। ਸੁਨ ਦਿਜ ਹੋਏ ਹਰ ਦਾਸਨ ਦਾਸਾ। ਸਾਹਿਬ ਕਹਿੰਦੇ ਪੰਡਤ ਜੀ ਪਰਮੇਸ਼ਰ ਦੇ ਜਿਹੜੇ ਦਾਸ ਨੇ ਉਹਨਾਂ ਦਾਸਾਂ ਦਾ ਵੀ ਦਾਸ ਬਣ ਜਾ, ਸੇਵਕਾਂ ਦਾ ਵੀ ਸੇਵਕ ਬਣ ਜਾ। ਬੰਦੇ ਸਦਾ ਪਾਏ ਸੁਖ ਰਾਸਾ। ਸਦਾ ਪਰਮੇਸ਼ਰ ਦੇ ਪਿਆਰਿਆਂ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਿਆ ਕਰ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਜਿਨ੍ਹਾਂ ਨੇ ਗੁਰ ਸ਼ਬਦ ਦੀ ਕਮਾਈ ਕੀਤੀ, ਨਾਮ ਜਪਿਆ ਹੈ, ਉਹਨਾਂ ਸੰਤ ਜਨਾਂ ਦੇ ਚਰਨਾਂ ਤੇ ਸੀਸ ਰੱਖ ਕੇ ਬਾਰੰਬਾਰ ਨਮਸਕਾਰ ਕਰਿਆ ਕਰ। ਇਹਦੇ ਨਾਲ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਮਨ ਕੀ ਦਸ਼ਾ ਨ ਇੱਕ ਰਸ ਕਬਈ। ਮਨ ਦੀ ਜਿਹੜੀ ਦਸ਼ਾ ਹੈ ਉਹ ਕਦੇ ਵੀ ਇੱਕ ਰਸ ਨਹੀਂ ਰਹਿੰਦੀ। ਪਾਏ ਪਦਾਰਥ ਤੋਲਾ ਤਬਈ। ਸਤਿਗੁਰੂ ਕਹਿੰਦੇ ਜਦੋਂ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ ਤੇ ਫਿਰ ਤੋਲਾ ਮਾਤਰ ਹੋ ਜਾਂਦਾ। ਜਦੋਂ ਪਦਾਰਥ ਪ੍ਰਾਪਤ ਹੁੰਦੇ ਨੇ ਨਾ ਕਿੰਨੀ ਖੁਸ਼ੀ ਹੁੰਦੀ ਹੈ ਮਨ ਵਿੱਚ। ਮਨ ਚਾਹੁੰਦਾ ਪਦਾਰਥ ਮਿਲ ਜਾਏ ਤੇ ਮਨ ਖੁਸ਼ ਹੈ। ਜਬ ਜਾਵੇਂ ਹੋਏ ਹਰਖ ਬਹੀਨਾ। ਸਤਿਗੁਰੂ ਕਹਿੰਦੇ ਜਦੋਂ ਪਦਾਰਥ ਚਲਾ ਜਾਂਦਾ ਫਿਰ ਨਾਲ ਖੁਸ਼ੀ ਵੀ ਚਲੀ ਜਾਂਦੀ ਹੈ। ਜੈਸੇ ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਜਬ ਕਛ ਪਾਵੈ ਤਬ ਗਰਭ ਕਰਤ ਹੈ। ਜਦੋਂ ਕੁਝ ਪਾ ਲੈਂਦਾ ਫਿਰ ਹੰਕਾਰੀ ਹੋ ਜਾਂਦਾ। ਮਾਇਆ ਗਈ ਤਬ ਰੋਵਨ ਲਗਤ ਹੈ। ਜਦੋਂ ਮਾਇਆ ਚਲੀ ਜਾਂਦੀ ਫਿਰ ਰੋਣ ਲੱਗ ਪੈਂਦਾ ਹੈ। ਮਨ ਦੁਖੀ ਕਿਉਂ ਹੈ, ਮਨ ਸੁਖੀ ਕਿਉਂ ਹੈ? ਜੋ ਮਨ ਭਾਉਂਦਾ ਪਦਾਰਥ ਮਿਲ ਗਿਆ ਉਹਦੇ ਵਿੱਚੋਂ ਖੁਸ਼ੀ ਹੈ, ਤੇ ਜੋ ਮਨ ਭਾਉਂਦਾ ਪਦਾਰਥ ਨਹੀਂ ਮਿਲਿਆ ਜਾਂ ਚਲਾ ਗਿਆ ਉਹਦਾ ਹੀ ਦੁੱਖ ਹੁੰਦਾ। ਮਿਲੇ ਦਾ ਸੁੱਖ, ਗਏ ਦਾ ਦੁੱਖ। ਤੋ ਸਤਿਗੁਰੂ ਕਹਿੰਦੇ ਇਹ ਮਨ ਜਿਹੜਾ ਕਦੇ ਇੱਕ ਰਸ ਨਹੀਂ ਰਹਿੰਦਾ। ਵਿਦਵਾਨ ਸੱਜਣ ਬੜੇ ਪਿਆਰੇ ਬੋਲ ਲਿਖਦੇ, ਕਹਿੰਦੇ ਵੀ ਵੇਖੋ ਸਰੀਰ ਹੈ ਨਾ ਸਾਡਾ, ਪਹਿਲਾਂ ਦੇਹ ਰੋਗਤਾ ਸੀ, ਅੱਜ ਨਹੀਂ ਰਹੀ। ਦੁੱਖ ਕਾਹਦਾ ਵੀ ਮੈਂ ਬਿਮਾਰ ਹੋ ਗਿਆ। ਜਦੋਂ ਦੇਹ ਰੋਗਤਾ ਮਿਲ ਗਈ ਫਿਰ ਖੁਸ਼ ਹੋ ਗਿਆ। ਮਾਇਆ ਚਾਹੀਦੀ ਸੀ ਮਿਲ ਗਈ, ਖੁਸ਼ ਹੋ ਗਿਆ। ਚਲੀ ਗਈ ਤੇ ਰੋਣ ਲੱਗ ਪਿਆ ਵੀ ਤੁਰ ਗਈ ਹੈ। ਘਰ ਦੇ ਵਿੱਚ ਪਦਾਰਥ ਚਾਹੀਦੇ ਸਨ, ਪਦਾਰਥ ਮਿਲ ਗਏ ਤੇ ਖੁਸ਼ ਹੋ ਗਿਆ। ਜੇ ਪਦਾਰਥ ਚਲੇ ਗਏ ਤੇ ਫਿਰ ਦੁਖੀ ਹੋ ਗਿਆ। ਤੋ ਮਨ ਦੀ ਦਸ਼ਾ ਕਦੇ ਵੀ ਇੱਕ ਰਸ ਨਹੀਂ ਰਹਿੰਦੀ। ਜਦੋਂ ਕੁਝ ਮਿਲ ਜਾਂਦਾ ਮਨ ਭਾਵਦਾ ਉਦੋਂ ਪ੍ਰਸੰਨ ਹੋ ਜਾਂਦਾ। ਜਦੋਂ ਕੁਝ ਚਲਿਆ ਜਾਂਦਾ ਉਦੋਂ ਫਿਰ ਦੁਖੀ ਹੋ ਜਾਂਦਾ ਹੈ। ਮਾਸਾ ਸ਼ੋਕ ਵਿਖੇ ਤੇ ਚੀਨਾ। ਸਾਹਿਬ ਨੇ ਜਿਹੜਾ ਬਚਨ ਆਖਿਆ ਜੀ, ਖਿਨ ਤੋਲਾ ਖਿਨ ਮਾਸਾ। ਜਦੋਂ ਕੁਝ ਪ੍ਰਾਪਤ ਕਰਦਾ ਉਦੋਂ ਤੋਲਾ ਮਾਤਰ ਹੋ ਜਾਂਦਾ, ਭਾਵ ਵੱਧ ਜਾਂਦਾ ਹੈ। ਤੇ ਜਦੋਂ ਮਨ ਦੇ ਪਾਸੋਂ ਪਦਾਰਥ ਖੋਏ ਜਾਂਦੇ ਨੇ, ਮਾਇਆ ਚਲੀ ਜਾਂਦੀ ਹੈ ਤੇ ਖੁਸ਼ੀ ਤੋਂ ਰਹਿਤ ਹੋ ਕਰਕੇ ਫਿਰ ਮਾਸਾ ਰੂਪ ਹੋ ਜਾਂਦਾ, ਭਾਵ ਅੰਦਰ ਦੀ ਖੁਸ਼ੀ ਘਟ ਜਾਂਦੀ ਹੈ। ਕਰੋ ਉਪਾਏ ਸਵਾਰਨ ਕਾਰਨ। हे ਪੰਡਤ ਜੀ, ਇਸ ਮਨ ਨੂੰ ਸਵਾਰਨ ਦਾ ਕੋਈ ਨਾ ਕੋਈ ਕਾਰਜ ਕਰਨਾ ਕਰੋ। ਜਗ ਤੇ ਹੋਵੇ ਜੀਵ ਉਧਾਰਨ। ਇਹਦੇ ਨਾਲ ਹੀ ਜਗਤ ਵਿੱਚੋਂ ਜੀਵ ਦਾ ਪਾਰ ਉਤਾਰਾ ਹੋ ਸਕਦਾ ਹੈ। ਮਨ ਗੁਰ ਮਿਲ ਕਾਜ ਸਵਾਰੇ। ਮਨ ਦਾ ਕਾਰਜ ਸਵਾਰਨਾ ਨਾ, ਆਪਾਂ ਮਨ ਦਾ ਭਲਾ ਕਰਨਾ, ਮਨ ਨੂੰ ਮੁਕਤ ਕਰਨਾ, ਬੰਧਨ ਰਹਿਤ ਕਰਨਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਮਨ ਆਪਣੇ ਗੁਰੂ ਨੂੰ ਮਿਲ ਕੇ ਬੰਧਨ ਰਹਿਤ ਹੋਣ ਦਾ ਕਾਰਜ ਸਵਾਰ ਲੈ। ਗੁਰੂ ਨੇ ਕਿਰਪਾ ਕਰਕੇ ਤੈਨੂੰ ਬੰਧਨ ਮੁਕਤ ਕਰ ਦੇਣਾ ਹੈ।
ਇਹਦੇ ਨਾਲ ਹੀ ਇਸ ਜੀਵ ਦਾ ਸੰਸਾਰ ਸਾਗਰ ਤੋਂ ਉਧਾਰ ਹੋ ਜਾਣਾ ਹੈ। ਦੋਹਰਾ ਸੁਨ ਪੰਡਤ ਕਰ ਬੰਦ ਕੈ ਨਮਸਕਾਰ ਪਗ ਕੀਨ। ਗੁਰਦੇਵ ਦੇ ਪਾਵਨ ਪਵਿੱਤਰ ਬਚਨ ਜਦੋਂ ਪੰਡਤ ਜੀ ਨੇ ਸੁਣੇ, ਮਨ ਜਿਹੜਾ ਸੀ ਗਦ-ਗਦ ਹੋ ਗਿਆ, ਆਸ਼ਸ਼ ਕਰ ਉੱਠਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਤੇ ਸੀਸ ਝੁਕ ਗਿਆ। ਪ੍ਰੇਮ ਦੇ ਨਾਲ ਸ਼ਾਮੇ ਪੰਡਤ ਨੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ। ਮਹਾਪੁਰਖ ਜਾਣੇ ਹਿਰਦੇ ਇਨ ਸਮ ਕੋ ਨ ਪ੍ਰਬੀਨ। ਸਤਿਗੁਰਾਂ ਨੂੰ ਮਹਾਂਪੁਰਖ ਸਮਝਿਆ। ਆਪਾਂ ਮਹਾਂਪੁਰਖ ਕਿਸੇ ਸੰਤ ਨੂੰ ਕਹਿ ਦਿੰਦੇ ਆ ਨਾ, ਕਲਗੀਧਰ ਜੀ ਨੇ ਆਪਣੀ ਬਾਣੀ ਅੰਦਰ ਅਕਾਲ ਪੁਰਖ ਨੂੰ ਮਹਾਂਪੁਰਖ ਲਿਖਿਆ ਹੈ। ਪੁਰਖਾਂ ਵਿੱਚੋਂ ਜਿਹੜਾ ਸਭ ਤੋਂ ਵੱਡਾ ਪੁਰਖ ਹੈ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਇਸ ਤਰ੍ਹਾਂ ਕਹਿੰਦੇ, ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਬਾਕੀ ਸਭ ਇਸਤਰੀਆਂ ਹੀ ਨੇ, ਪੁਰਖ ਪਰਮੇਸ਼ਰ ਇੱਕੋ ਹੀ ਹੈ ਤੇ ਉਹਨੂੰ ਮਹਾਂਪੁਰਖ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪੰਡਤ ਜੀ ਨੇ ਮਹਾਂਪੁਰਖ ਜਾਣਿਆ ਵੀ ਇਹ ਰੱਬ ਦੇ ਪਿਆਰੇ ਅਕਾਲ ਪੁਰਖ ਦਾ ਰੂਪ ਹਨ, ਜੋ ਸੰਸਾਰ ਵਿੱਚ ਜੀਵਾਂ ਦਾ ਭਲਾ ਕਰਨ ਵਾਸਤੇ ਆਏ। ਤੇ ਮਨਾ ਮੈਂ ਇਹਨਾਂ ਨੂੰ ਸਮਝਾਉਣ ਆਇਆ ਸੀ, ਇਹ ਤਾਂ ਅੱਗੋਂ ਬੜੇ ਸਿਆਣੇ ਨੇ, ਇਹਨਾਂ ਦੇ ਸਮਾਨ ਹੋਰ ਕੋਈ ਸਿਆਣਾ ਹੋ ਨਹੀਂ ਸਕਦਾ। ਹਮ ਮੂਰਖ ਤੁਮ ਚਤੁਰ ਸਿਆਣੇ। ਤੇ ਉੱਥੇ ਫਿਰ ਭਾਵਨਾ ਬਣ ਗਈ, ਸਤਿਗੁਰੂ ਮੇਰੇ ਜਿਹਾ ਮੂਰਖ ਕੋਈ ਨਹੀਂ ਤੇ ਤੁਹਾਡੇ ਜਿਹਾ ਕੋਈ ਚਤੁਰ ਸਿਆਣਾ ਨਹੀਂ ਹੈ। ਸੋਰਠਾ ਦੇਖ ਦੀਨਤਾ ਦਿਆਲ ਦਇਆ ਦ੍ਰਿਸ਼ਟ ਦਿਜ ਪਰ ਕਰੀ। ਗੁਰੂ ਸਾਹਿਬ ਜੀ ਨੇ ਜਦੋਂ ਦੀਨਤਾ ਨਿਮਰਤਾ ਵੇਖੀ ਨਾ ਸ਼ਿਆਮ ਪੰਡਤ ਦੀ, ਤੇ ਸਤਿਗੁਰੂ ਵੀ ਦਇਆ ਦੇ ਘਰ ਦੇ ਵਿੱਚ ਆ ਗਏ ਤੇ ਪੰਡਤ ਦੇ ਉੱਪਰ ਮਹਾਰਾਜ ਨੇ ਆਪਣੀ ਦਇਆ ਦ੍ਰਿਸ਼ਟੀ ਕਿਰਪਾ ਦ੍ਰਿਸ਼ਟੀ ਕੀਤੀ ਹੈ। ਜਗ ਕੇ ਬੰਦ ਵਿਸ਼ਾਲ ਛੁਟਕ ਗਏ ਤਤਕਾਲ ਤੈ। ਜਿਹੜੇ ਜਗਤ ਦੇ ਬੰਧਨ ਟੁੱਟਣੇ ਬੜੇ ਔਖੇ ਹਨ, ਇੱਕ ਪਲ ਵਿੱਚ ਸਤਿਗੁਰਾਂ ਦੀ ਕਿਰਪਾ ਨਾਲ ਉਹ ਸਾਰੇ ਜਗਤ ਦੇ ਬੰਧਨ ਟੁੱਟ ਗਏ। ਜਿਹੜਾ ਬਚਨ ਆਪਾਂ ਪੜਿਆ, ਮਨ ਗੁਰ ਮਿਲ ਕਾਜ ਸਵਾਰੇ। ਜਿਹੜਾ ਮਨ ਜਿਹੜਾ ਕਾਰਜ ਗੁਰੂ ਨੂੰ ਮਿਲ ਕੇ ਸਵਾਰਿਆ ਜਾਣਾ ਸੀ ਨਾ, ਉਹ ਜਿਹੜਾ ਕਾਰਜ ਅੱਜ ਸਵਾਰਿਆ ਗਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲ ਕੇ। ਜਦੋਂ ਪੂਰਾ ਸਤਿਗੁਰੂ ਮਿਲ ਜਾਏ, ਜਿਹੜੇ ਬੰਧਨ ਤੋੜਨ ਵਾਸਤੇ ਤਪੱਸਿਆ ਕਰਦੇ ਨੇ ਤੇ ਬੰਧਨ ਟੁੱਟਦੇ ਨਹੀਂ, ਤੇ ਪੂਰਾ ਗੁਰੂ ਮਿਲਦਿਆਂ ਸਾਰੋ ਬੰਧਨ ਇੱਕ ਪਲ ਵਿੱਚ ਟੁੱਟ ਜਾਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਰਹਿਮਤਾਂ ਵਰਤਾ ਦਿੱਤੀਆਂ। ਸ਼ਿਆਮੇ ਪੰਡਤ ਦੇ ਇੱਕ ਪਲ ਦੇ ਵਿੱਚ ਸਾਰੇ ਬੰਧਨ ਤੋੜ ਕੇ ਮੁਕਤ ਕਰ ਦਿੱਤਾ ਹੈ। ਚੌਪਈ ਖਿਜ ਕੈ ਮੂਲਾਪੁਰ ਮੈਂ ਗਇਓ। ਭਾਈ ਮੂਲ ਚੰਦ ਜੀ ਖਿਜ ਗਏ, ਕਿਉਂਕਿ ਉਹ ਤਾਂ ਪੰਡਤ ਜੀ ਨੂੰ ਲੈ ਕੇ ਆਏ ਸਨ ਗੁਰੂ ਸਾਹਿਬ ਜੀ ਨੂੰ ਸਮਝਾਉਣ ਵਾਸਤੇ। ਤੇ ਪੰਡਤ ਜੀ ਤਾਂ ਆਪ ਮੱਥਾ ਟੇਕਣ ਲੱਗ ਪਏ, ਮਹਾਰਾਜ ਨੂੰ ਨਮਸਕਾਰਾਂ ਕਰਨ ਲੱਗ ਪਏ। ਇਹ ਗੱਲ ਵੇਖ ਕੇ ਮੂਲ ਚੰਦ ਜੀ ਹੋਰ ਜ਼ਿਆਦਾ ਖਿਜ ਗਏ ਤੇ ਨਗਰੀ ਵਿੱਚ ਚਲੇ ਗਏ ਹਨ। ਅਤ ਦੁਖ ਮਾਨ ਬਿਸਮ ਮਨ ਪਇਓ। ਇੱਕ ਪਾਸੇ ਮਨ ਵਿੱਚ ਬੜਾ ਦੁੱਖ ਵੀ ਮੰਨਿਆ ਤੇ ਦੂਜੇ ਪਾਸੇ ਮਨ ਬੜਾ ਵਿਸ਼ਮਾਦ ਵੀ ਹੋਇਆ, ਵੀ ਹੈਰਾਨੀ ਦੀ ਗੱਲ ਵੀ ਪੰਡਤ ਜੀ ਸਮਝਾਣ ਆਏ ਤੇ ਉਹੀ ਆ ਕੇ ਮੱਥਾ ਟੇਕਣ ਲੱਗ ਪਏ ਹਨ। ਕੇਤਕ ਦਿਨ ਤਨੀਆਂ ਕੇ ਪਾਸੂ। ਇਸ ਤਰ੍ਹਾਂ ਕੁਝ ਕੁ ਦਿਨ ਭਾਈ ਮੂਲ ਚੰਦ ਜੀ ਆਪਣੀ ਬੇਟੀ ਸਤਕਾਰਯੋਗ ਮਾਤਾ ਸੁਲੱਖਣੀ ਜੀ ਦੇ ਪਾਸ ਰਹੇ ਹਨ। ਰਿਓ ਆਪ ਨੇ ਗਇਓ ਆਵਾਸੂ। ਆਪਣੇ ਘਰ ਵਾਪਸ ਨਹੀਂ ਗਏ, ਆਪਣੀ ਬੇਟੀ ਦੇ ਕੋਲ ਰਹੇ ਹਨ। ਸ਼੍ਰੀ ਨਾਨਕ ਅਸਥਾਨ ਮਸਾਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਮਸਾਣਾ ਦੇ ਵਿੱਚ ਬੈਠੇ ਹਨ। ਵੈਸੇ ਮਰੀਨ ਗੋਰ ਮਹਾਨਾ। ਜਿੱਥੇ ਕਬਰਾਂ ਹਨ, ਜਿੱਥੇ ਮੁਰਦਿਆਂ ਦਾ ਸੰਸਕਾਰ ਕੀਤਾ ਜਾਂਦਾ, ਉੱਥੇ ਮਹਾਰਾਜ ਜੀ ਬਿਰਾਜੇ ਹਨ। ਜੇ ਨਰ ਜਾਣੇ ਮਨ ਕਛ ਭੇਵਾ। ਜਿਨ੍ਹਾਂ ਮਨੁੱਖਾਂ ਨੇ ਸਤਿਗੁਰਾਂ ਦਾ ਰੰਚਕ ਮਾਤਰ ਭੇਦ ਜਾਣਿਆ ਹੈ, ਜਿਨ੍ਹਾਂ ਨੂੰ ਸੋਝੀ ਪੈ ਗਈ ਹੈ, ਬੰਧਨ ਕਰ ਗਵਨੇ ਜਗ ਦੇਵਾ। ਉਹ ਜਦੋਂ ਵੀ ਕੋਲੋਂ ਲੰਘਦੇ ਨੇ
ਆ ਕੇ ਗੁਰੂ ਮਹਾਰਾਜ ਨੂੰ ਨਮਸਕਾਰਾਂ ਕਰਦੇ, ਮੱਥਾ ਟੇਕਦੇ ਹਨ। ਅਸ ਪ੍ਰਕਾਰ ਰਹਿ ਵੈਰ ਅਸੀਨੇ। ਇਸ ਪ੍ਰਕਾਰ ਮਹਾਰਾਜ ਜੀ ਨਗਰ ਤੋਂ ਬਾਹਰ ਮਸਾਣਾ ਦੇ ਵਿੱਚ ਬੈਠੇ ਰਹਿੰਦੇ ਹਨ। ਬੀਤ ਗਏ ਜਬ 3 ਮਹੀਨੇ। ਇੱਥੇ ਹੀ ਮਸਾਣਾ ਵਿੱਚ ਬੈਠਿਆਂ ਗੁਰੂ ਮਹਾਰਾਜ ਨੂੰ 3 ਮਹੀਨੇ ਦਾ ਸਮਾਂ ਬਤੀਤ ਹੋ ਗਿਆ ਹੈ। ਲਖਮੀ ਦਾਸ ਜਨਮ ਤਬ ਲੀਨੋ। ਸਤਿਗੁਰ ਜੀ ਦੇ ਗ੍ਰਹਿ ਵਿਖੇ ਛੋਟੇ ਸੁਪੁੱਤਰ ਬਾਬਾ ਲਖਮੀ ਦਾਸ ਜੀ ਨੇ ਜਨਮ ਧਾਰਿਆ ਹੈ। ਸਭ ਪਰਿਵਾਰ ਹਰਖ ਮਨ ਕੀਨੋ। ਤੇ ਉਹਨਾਂ ਦੇ ਜਨਮ ਕਰਕੇ ਸਾਰੇ ਪਰਿਵਾਰ ਨੇ ਮਨ ਦੇ ਅੰਦਰ ਬੜੀ ਖੁਸ਼ੀ ਮਨਾਈ ਹੈ। ਭਾਈ ਸੁਲੱਖਣੀ ਪ੍ਰਾਚੀ ਦਿਸ਼ਾ ਸੀ। ਸਾਧ ਸੰਗਤ ਜੀ, ਜਿਵੇਂ ਸਵੇਰ ਦਾ ਸਮਾਂ ਹੁੰਦਾ, ਸੂਰਜ ਚੜ੍ਹਦਾ ਹੈ ਸਵੇਰ ਦੇ ਸਮੇਂ, ਤੇ ਲਾਲੀ ਪਹਿਲਾਂ ਆਉਂਦੀ ਤੇ ਸੂਰਜ ਬਾਅਦ ਵਿੱਚ ਪ੍ਰਗਟ ਹੁੰਦਾ ਹੈ। ਜਿਹੜੇ ਬਾਬਾ ਸ਼੍ਰੀ ਚੰਦ ਜੀ ਸਨ, ਇਸ ਤਰ੍ਹਾਂ ਜਾਣੋ ਕਿ ਜੈਸੇ ਸੂਰਜ ਦੇ ਵੱਤ ਸੂਰਜ ਦੀ ਨਿਆਈ ਹੋਵਣ। ਉਗੇ ਸੂਰ ਸਸ ਜਨ ਜਸ ਰਾਸੀ। ਕਹਿੰਦੇ ਜਦੋਂ ਸਸ ਚੰਦਰਮਾ ਵੀ ਚੜ੍ਹਦਾ ਹੈ ਨਾ ਪ੍ਰਾਚੀ ਦਿਸ਼ਾ ਤੋਂ, ਪੂਰਬ ਦਿਸ਼ਾ ਤੋਂ, ਉਦੋਂ ਵੀ ਲਾਲੀ ਪ੍ਰਗਟ ਹੁੰਦੀ ਹੈ। ਤੇ ਜਾਣੋ ਕਿ ਜਿਹੜੇ ਬਾਬਾ ਲਖਮੀ ਦਾਸ ਜੀ ਸਨ, ਉਹ ਇਸ ਤਰ੍ਹਾਂ ਜਾਣੋ ਜਿਵੇਂ ਚੰਦਰਮਾ ਪ੍ਰਗਟ ਹੋਇਆ ਹੋਵੇ। ਬਾਬਾ ਸ਼੍ਰੀ ਚੰਦ ਜੀ ਸੂਰਜ ਦੀ ਨਿਆਈ ਤੇ ਬਾਬਾ ਲਖਮੀ ਦਾਸ ਜੀ ਚੰਦਰਮੇ ਦੀ ਨਿਆਈ ਸਤਿਗੁਰਾਂ ਦੇ ਘਰ ਵਿੱਚ ਪ੍ਰਗਟ ਹੋਏ ਹਨ। ਸ਼੍ਰੀ ਗੁਰ ਕੇ ਟਿਗ ਜਾਏ ਸੁਨਾਵਾ। ਕਿਸੇ ਨੇ ਜਾ ਕੇ ਸਤਿਗੁਰ ਜੀ ਨੂੰ ਸੁਣਾਇਆ, ਮਹਾਰਾਜ ਵਧਾਈਆਂ ਹੋਵਣ, ਆਪ ਜੀ ਦੇ ਘਰ ਵਿੱਚ ਸਪੁੱਤਰ ਨੇ ਜਨਮ ਲਿਆ ਹੈ। ਮਨ ਜਿਨ ਕੋ ਰਸ ਏਕ ਸੁਹਾਵਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਮਨ ਇੱਕ ਰਸ ਹੈ, ਤੇ ਸਤਿਗੁਰਾਂ ਨੇ ਜਦੋਂ ਖਬਰ ਸੁਣੀ ਤੇ ਕੋਈ ਫਰਕ ਨਹੀਂ ਪਿਆ। ਕਿਉਂਕਿ ਜੇ ਖੁਸ਼ੀ ਮਨਾਉਂਦੇ ਤੇ ਫਿਰ ਗੱਲ ਆ ਗਈ ਨਾ, ਫਿਰ ਹਰਕ ਤੇ ਸੋਗ ਵਾਲੀ। ਜੇ ਮਨ ਕਿਸੇ ਚੀਜ਼ ਨੂੰ ਵੇਖ ਕੇ ਪ੍ਰਾਪਤ ਕਰਕੇ ਖੁਸ਼ ਹੋ ਰਿਹਾ ਤੇ ਮਨ ਇੱਕ ਰਸ ਨਹੀਂ, ਕਿਉਂਕਿ ਫਿਰ ਉਹ ਦੁਖੀ ਵੀ ਹੋਵੇਗਾ, ਕੁਝ ਚਲਾ ਜਾਏਗਾ ਤੇ ਫਿਰ ਦੁਖੀ ਵੀ ਹੋਵੇਗਾ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਰਸ ਭਾਵਦਾ ਹੈ। ਤੇ ਜਦੋਂ ਖਬਰ ਸੁਣੀ ਤੇ ਆਪਣੀ ਮੌਜ ਵਿੱਚ ਉਸੇ ਤਰ੍ਹਾਂ ਹੀ ਪਾਤਸ਼ਾਹ ਉੱਥੇ ਬੈਠੇ ਰਹੇ ਹਨ। ਦੋਹਰਾ ਪਾਵ ਨ ਪਾਵੇਂ ਪੁਰ ਵਿਖੇ, ਅਤ ਪਾਵਨ ਉਦਿਆਨ। ਗੁਰੂ ਸਾਹਿਬ ਜੀ ਸੁਲਤਾਨਪੁਰ ਨਗਰੀ ਵਿੱਚ ਆਪਣਾ ਚਰਨ ਤੱਕ ਨਹੀਂ ਪਾਉਂਦੇ, ਭਾਵ ਕਿ ਨਗਰ ਵਿੱਚ ਨਹੀਂ ਆਉਂਦੇ। ਤੇ ਸਾਰਾ ਦਿਨ ਸਤਿਗੁਰੂ ਜੰਗਲ ਵਿੱਚ ਜਾਂ ਜਿਹੜੀਆਂ ਉਹ ਮਸਾਣਾ ਨੇ, ਉਹਨਾਂ ਦੇ ਵਿੱਚ ਹੀ ਪਾਤਸ਼ਾਹ ਬਿਰਾਜੇ ਰਹਿੰਦੇ ਹਨ। ਬੈਸੇ ਨਿਸਬਾ ਸੁਰ ਤਹਾਂ, ਉਦਰੇ ਸਰਬ ਮਸਾਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਮਸਾਣਾ ਵਿੱਚ ਦਿਨ ਰਾਤ ਬੈਠੇ ਰਹਿੰਦੇ ਨੇ ਨਾ, ਕਹਿੰਦੇ ਜਿੰਨੇ ਮੁਰਦੇ ਉੱਥੇ ਸਾੜੇ ਗਏ ਜਾਂ ਦਫਨਾਏ ਗਏ, ਸਾਰੇ ਹੀ ਉਧਰ ਗਏ, ਸਭ ਦਾ ਹੀ ਪਾਰ ਉਤਾਰਾ ਹੋ ਗਿਆ। ਸਤਿ ਸ੍ਰੀ ਅਕਾਲ। ਕਿੰਨਾ ਪ੍ਰਤਾਪ ਹੋਵੇਗਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਕਿ ਮੁਰਦੇ ਵੀ ਤਰ ਗਏ, ਮੁਰਦਿਆਂ ਦਾ ਵੀ ਉਧਾਰ ਕਰ ਦਿੱਤਾ ਮਹਾਰਾਜ ਨੇ। ਪਸ਼ੂ ਪ੍ਰੇਤ, ਸਤਿਗੁਰਾਂ ਨੇ ਪਸ਼ੂਆਂ ਨੂੰ ਵੀ ਤਾਰਿਆ, ਜਿਨ੍ਹਾਂ ਦੀ ਬਿਰਤੀ ਪਸ਼ੂਵਤ ਸੀ, ਭਾਵੇਂ ਮਨੁੱਖ ਸਨ ਭਾਵੇਂ ਪਸ਼ੂ ਸਨ। ਪਸ਼ੂ ਪ੍ਰੇਤ ਮੁਗਤ ਕੋ ਤਾਰੇ, ਪਾਹਨ ਪਾਰੇ ਉਤਾਰੇ। ਪੱਥਰ ਵੀ ਤਾਰ ਦਿੱਤੇ, ਪ੍ਰੇਤਾਂ ਦਾ ਭਲਾ ਵੀ ਕਰ ਦਿੱਤਾ, ਮੂਰਖਾਂ ਨੂੰ ਵੀ ਤਾਰ ਦਿੱਤਾ ਸਤਿਗੁਰੂ ਜੀ ਨੇ ਦਇਆ ਕਰਕੇ। ਐਸੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਕਿਸੇ ਮਨੁੱਖ ਦੀ ਹੱਡੀ ਚਰਨਾਂ ਨਾਲ ਛਪਰਸ਼ ਹੁੰਦੀ ਹੈ ਤੇ ਉਹ ਵੀ ਤਰ ਜਾਂਦਾ ਹੈ, ਉਹ ਵੀ ਸੱਚਖੰਡ ਚਲਿਆ ਜਾਂਦਾ ਹੈ। ਐਸਾ ਪ੍ਰਤਾਪ ਮੇਰੇ ਗੁਰਦੇਵ ਸਤਿਗੁਰੂ ਜੀ ਦਾ, ਕਿ ਜਿਨ੍ਹਾਂ ਮਸਾਣਾ ਵਿੱਚ ਬੈਠੇ ਸਾਰੇ ਮੁਰਦੇ ਹੀ ਤਾਰ ਦਿੱਤੇ ਹਨ। ਚੌਪਈ ਮੁਖ ਤੇ ਭਾਖੇ ਸਤਿਗੁਰ ਬੈਨਾ। ਸਤਿਗੁਰ ਜੀ ਉੱਥੇ ਬੈਠੇ ਆਪਣੇ ਮੁਖਾਰ ਬਿੰਦ ਰਾਹੀਂ ਇਹ ਪਾਵਨ ਬਚਨ ਉਚਾਰਦੇ ਹਨ। ਨੈ ਹਿੰਦੂ ਕੋ ਤੁਰਕ ਨਾ ਹੈ ਨਾ। ਸਤਿਗੁਰੂ ਕਹਿੰਦੇ ਨਾ ਤਾਂ ਕੋਈ ਹਿੰਦੂ ਹੈ, ਨਾ ਹੀ ਕੋਈ ਤੁਰਕ ਹੈ।
ਜਗ ਮੈਂ ਹਿੰਦੂ ਤੁਰਕ ਨ ਕੋ। ਜਗਤ ਵਿੱਚ ਨਾ ਕੋਈ ਹਿੰਦੂ ਤੇ ਨਾ ਕੋਈ ਤੁਰਕ ਹੈ। ਝੂਠੇ ਨਾਮ ਧਰਾਵੇਂ ਦੋ। ਇਹ ਦੋਨਾਂ ਨੇ ਆਪਣਾ ਝੂਠਾ ਨਾਮ ਰਖਾਇਆ ਹੋਇਆ ਵੀ ਅਸੀਂ ਹਿੰਦੂ ਹਾਂ ਤੇ ਅਸੀਂ ਮੁਸਲਮਾਨ ਹਾਂ। ਕੋ ਨ ਰੋਏ ਨਿਕਟ ਸੁਨਤ। ਜਦੋਂ ਪਾਤਸ਼ਾਹ ਜੈ ਬਚਨ ਕਰਦੇ ਨੇ ਤੇ ਕੋਈ ਕੋਈ ਮਨੁੱਖ ਮਹਾਰਾਜ ਦੇ ਨੇੜੇ ਆ ਕੇ ਸੁਣਦਾ ਹੈ। ਪੁਰ ਮੈਂ ਅਪਰਨ ਮਿਲਤ ਪਨਤ। ਜਿਹੜਾ ਸੁਣ ਲੈਂਦਾ ਉਹ ਨਗਰ ਵਿੱਚ ਜਾ ਕੇ ਤੇ ਦੂਜੇ ਮਨੁੱਖਾਂ ਨਾਲ ਗੱਲ ਕਰਦਾ ਕਿ ਸਤਿਗੁਰੂ ਇਸ ਤਰ੍ਹਾਂ ਕਹਿ ਰਹੇ ਨੇ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ। ਉਹ ਨਗਰ ਵਿੱਚ ਜਾ ਕੇ ਦੂਸਰੇ ਲੋਕਾਂ ਨੂੰ ਦੱਸਦਾ ਹੈ। ਇਹ ਬਿਦ ਸੁਨੀ ਸ਼ਰਵਨ ਨਿਜ ਕਾਜ਼ੀ। ਜਿਹੜਾ ਕਾਜੀ ਸੀ ਹੌਲੀ ਹੌਲੀ ਇਹ ਖਬਰ ਉਹਦੇ ਕੰਨਾਂ ਦੇ ਵਿੱਚ ਜਾ ਪਹੁੰਚੀ ਹੈ। ਗਵਨਿਓ ਨਿਕਟ ਬੇਖ ਤਨ ਪਾਜੀ। ਸਾਧ ਸੰਗਤ ਜਿਹਨੇ ਬਨਾਵਟੀ ਭੇਖ ਬਣਾਇਆ ਸੀ ਝੂਠਾ ਸੀਗਾ। ਪਾਜੀ ਝੂਠੇ ਨੂੰ ਕਹਿੰਦੇ ਨੇ। ਉਹ ਜਿਹੜਾ ਕਾਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕੋਲ ਚਲਾ ਗਿਆ। ਕੁਛ ਕ ਮਨੁਜ ਤੇ ਸੰਗ ਸਿਧਾਰੇ। ਕੁਝ ਕੁ ਲੋਕ ਵੀ ਕਾਜੀ ਦੇ ਨਾਲ ਚਲੇ ਗਏ ਹਨ। ਬੈਸੇ ਸ਼੍ਰੀ ਗੁਰ ਆਨ ਨਿਹਾਰੇ। ਆ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਬਿਰਾਜਮਾਨ ਹੋ ਗਏ। ਆਨਨ ਬੈਨ ਬਖਾਨਤ ਸੋ। ਜਦੋਂ ਸਤਿਗੁਰਾਂ ਨੇ ਵੇਖਿਆ ਨਾ ਵੀ ਕੋਲ ਆ ਕੇ ਬਹਿ ਗਏ ਤੇ ਸਤਿਗੁਰੂ ਫੇਰ ਰਸਨਾ ਵਿੱਚੋਂ ਬਚਨ ਕਰਦੇ ਹਨ। ਨੈ ਹਿੰਦੂ ਕੋ ਤੁਰਕ ਨ ਕੋ। ਸਤਿਗੁਰੂ ਜੀ ਕਹਿੰਦੇ ਨਾ ਕੋਈ ਹਿੰਦੂ ਹੈ ਤੇ ਨਾ ਹੀ ਕੋਈ ਤੁਰਕ ਹੈ। ਦੋਹਰਾ ਨਿਕਟ ਬੈਸ ਕਾਜੀ ਕਏ। ਅਸ ਕਸ ਕਰਤ ਬਖਾਨ। ਜਦੋਂ ਸਾਹਿਬਾਂ ਨੇ ਫਰਮਾਨ ਕੀਤਾ ਨਾ ਕੋਈ ਹਿੰਦੂ ਨਾ ਮੁਸਲਮਾਨ ਤੇ ਇਹ ਸੁਣ ਕੇ ਕਾਜੀ ਕਹਿਣ ਲੱਗਾ ਮਹਾਰਾਜ ਤੁਸੀਂ ਏਦਾਂ ਕਿਉਂ ਕਹਿੰਦੇ ਹੋ ਵੀ ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ ਹੈ। ਹਿੰਦੂ ਤੁਰਕ ਨਾ ਜਗਤ ਮੈਂ ਹਮ ਕਿਉਂ ਸਕੇ ਪਛਾਨ। ਚਲੋ ਤੁਹਾਡਾ ਕਹਿਆ ਮੰਨ ਲੈਨੇ ਆ ਵੀ ਨਾ ਕੋਈ ਹਿੰਦੂ ਤੇ ਨਾ ਕੋਈ ਤੁਰਕ ਤੇ ਫਿਰ ਪਛਾਣ ਕਿਵੇਂ ਹੋਏਗੀ ਵੀ ਕੌਣ ਹਿੰਦੂ ਹੈ ਕੌਣ ਮੁਸਲਮਾਨ ਹੈ। ਫਿਰ ਪਛਾਣ ਕਿਵੇਂ ਕੀਤੀ ਜਾ ਸਕੇਗੀ ਮਨੁੱਖਾਂ ਦੀ। ਚੌਪਈ ਜੈ ਤੈ ਜਗ ਮੈਂ ਦੀਸੇ ਸੋ। ਜਿੱਥੇ ਕਿੱਥੇ ਸਾਰੇ ਸੰਸਾਰ ਵਿੱਚ ਜਿਹੜੇ ਮਨੁੱਖ ਦਿਸ ਰਹੇ ਹਨ। ਹਿੰਦੂ ਮੁਸਲਮਾਨ ਨਰ ਦੋ। ਜਾਂ ਤਾਂ ਹਿੰਦੂ ਨੇ ਤੇ ਜਾਂ ਫਿਰ ਮੁਸਲਮਾਨ ਇਹ ਦੋਨੇ ਹੀ ਨਜ਼ਰ ਆਉਂਦੇ ਹਨ। ਤੁਮਰੇ ਕਹਿਨ ਸੰਦੇਹ ਹਮਾਰੇ। ਤੁਹਾਡੇ ਕਹੇ ਹੋਏ ਬਚਨਾਂ ਕਰਕੇ ਸਾਡੇ ਮਨ ਅੰਦਰ ਸੰਦੇਹ ਪੈਦਾ ਹੋ ਗਿਆ ਸੰਸਾ ਪੈਦਾ ਹੋ ਗਿਆ ਹੈ। ਉੱਤਰ ਦੀਜੇ ਹਿਰਦੇ ਵਿਚਾਰੇ। ਤੁਸੀਂ ਮਨ ਅੰਦਰ ਵਿਚਾਰ ਕਰਕੇ ਸਾਨੂੰ ਜਵਾਬ ਦਿਓ। ਸਾਡੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਕਿਉਂਕਿ ਜਗਤ ਵਿੱਚ ਹਿੰਦੂ ਤੇ ਮੁਸਲਮਾਨ ਹੀ ਦਿਸ ਰਹੇ ਨੇ ਤੇ ਤੁਸੀਂ ਕਹਿੰਦੇ ਹੋ ਵੀ ਨਾ ਕੋਈ ਹਿੰਦੂ ਤੇ ਨਾ ਕੋਈ ਮੁਸਲਮਾਨ। ਇਸ ਗੱਲ ਕਰਕੇ ਸਾਡੇ ਮਨ ਅੰਦਰ ਤਰਕ ਸ਼ੰਕਾ ਪੈਦਾ ਹੋਇਆ ਹੈ। ਲੋਕ ਬਿਲੋਕਤ ਸ਼੍ਰੀ ਗੁਰ ਓਰਾ। ਜਿੰਨੇ ਵੀ ਲੋਕ ਉਥੇ ਇਕੱਤਰ ਹੋਏ ਸਾਰੇ ਗੁਰੂ ਨਾਨਕ ਸਾਹਿਬ ਦੇ ਪਾਵਨ ਮੁਖਾਰ ਬਿੰਦ ਵੱਲ ਵੇਖਦੇ ਹਨ। ਚੌਂ ਦਿਸ਼ ਪੀਰ ਪਈ ਤੇ ਠੌਰਾ। ਸਤਿਗੁਰਾਂ ਦੇ ਚਾਰ ਚੁਫੇਰੇ ਲੋਕਾਂ ਦੀ ਸੰਗਤਾਂ ਦੀ ਭਾਰੀ ਭੀੜ ਜਮ੍ਹਾਂ ਹੋ ਗਈ ਹੈ। ਦਰਸ਼ਨ ਦਰਸੇ ਦੀਨ ਦਿਆਲਾ। ਦੀਨਾਂ ਉੱਪਰ ਦਇਆ ਕਰਨ ਵਾਲੇ ਸਤਿਗੁਰਾਂ ਦੇ ਪਾਵਨ ਦੀਦਾਰ ਸਾਰੇ ਕਰਦੇ ਹਨ। ਜਿਨ ਕੀਏ ਸ਼ਰਧਾ ਤੈਂ ਦੁੱਖ ਟਾਲਾ। ਜਿਨ੍ਹਾਂ ਨੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ ਲਈ ਉਹਨਾਂ ਦੇ ਸਾਰੇ ਦੁੱਖ ਮੇਰੇ ਪਾਤਸ਼ਾਹ ਨੇ ਦੂਰ ਕਰ ਦਿੱਤੇ। ਕਿਉਂਕਿ ਇਹ ਘਰ ਸ਼ਰਧਾ ਦਾ ਹੈ ਪਿਆਰ ਦਾ ਹੈ। ਜੋ ਸ਼ਰਧਾ ਤੇ ਪਿਆਰ ਰੱਖ ਕੇ ਆ ਜਾਂਦਾ ਹੈ ਉਹਨੂੰ ਖਾਲੀ ਦਾਤਾ ਜੀ ਜਾਣ ਨਹੀਂ ਦਿੰਦੇ। ਜਿੰਨੀ ਜ਼ਿਆਦਾ ਸ਼ਰਧਾ ਹੋਵੇਗੀ ਨਾ ਜਿਵੇਂ ਸਿਆਣੇ ਬਜ਼ੁਰਗ ਕਹਿੰਦੇ ਵੀ ਜਿੰਨਾ ਗੁੜ ਪਾਓ ਓਨਾ ਮਿੱਠਾ। ਜਿੰਨੀ ਸ਼ਰਧਾ ਹੋਵੇ ਸੱਚ ਜਾਣਿਓ ਕਿ ਓਨੀ ਮਹਾਨ ਵੱਡੀ ਦਾਤ ਗੁਰੂ ਦੇ ਚਰਨਾਂ ਵਿੱਚੋਂ ਸਿੱਖ ਨੂੰ ਪ੍ਰਾਪਤ ਹੋ ਜਾਂਦੀ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਸ਼ਰਧਾ ਰੱਖੀ ਹੈ
ਉਹਨਾਂ ਦੇ ਸਾਰੇ ਦੁੱਖ ਮੇਰੇ ਗੁਰੂ ਨੇ ਦੂਰ ਕਰ ਦਿੱਤੇ ਹਨ। ਕਾਜੀ ਬਚ ਸੁਨ ਪੰਕਜ ਬਦਨਾ, ਕਾਜੀ ਦੇ ਬਚਨ ਗੁਰੂ ਸਾਹਿਬ ਨੇ ਸੁਣੇ ਹਨ। ਕੁਮਤ ਕਦਨ ਸੁਖ ਕਰੁਣਾ ਸਦਨਾ, ਮਾੜੀ ਮਤ ਨੂੰ ਨਾਸ਼ ਕਰਨ ਵਾਲੇ ਸੁਖ ਤੇ ਮਿਹਰ ਦੇ ਘਰ ਗੁਰੂ ਨਾਨਕ ਸਾਹਿਬ ਜੀ ਨੇ ਕਯੋ ਸ਼ਲੋਕ ਹੇਤ ਸਮਝਾਵਨ, ਕਾਜੀ ਨੂੰ ਸਮਝਾਉਣ ਵਾਸਤੇ ਮਹਾਰਾਜ ਸਾਹਿਬ ਨੇ ਇੱਕ ਪਾਵਨ ਸ਼ਲੋਕ ਉਚਾਰਿਆ ਹੈ। ਮਤ ਮੰਦਨ ਸ਼ੁਭ ਮਾਰਗ ਪਾਵਨ, ਜਿਹੜੇ ਮਾੜੀ ਮਤ ਵਾਲੇ ਸਨ ਉਹਨਾਂ ਨੂੰ ਸ਼ੁਭ ਚੰਗੇ ਮਾਰਗ ਤੇ ਪਾਵਨ ਵਾਸਤੇ ਮਹਾਰਾਜ ਨੇ ਇਹ ਪਾਵਨ ਸ਼ਲੋਕ ਉਚਾਰਨ ਕੀਤਾ ਹੈ। ਇਹ ਜਿਹੜਾ ਪਾਵਨ ਸ਼ਲੋਕ ਰਾਗ ਮਾਝ ਕੀ ਵਾਰ ਅੰਦਰ ਸੁਸ਼ੋਭਤ ਹੈ। ਮੁਸਲਮਾਨ ਕਹਾਵਣ ਮੁਸਕਲ, ਜਾ ਹੋਏ ਤਾਂ ਮੁਸਲਮਾਨ ਕਹਾਵੇ। ਇਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਸ਼ਲੋਕ ਉਚਾਰਨ ਕੀਤਾ ਹੈ, ਫਿਰ ਦੂਜਾ ਸ਼ਲੋਕ ਉਚਾਰਨ ਕੀਤਾ ਹੈ, ਜਿਹਦੇ ਵਿੱਚ ਮਹਾਰਾਜ ਨੇ ਮਿਹਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਇਹਦਾ ਵੀ ਜ਼ਿਕਰ ਕੀਤਾ ਹੈ। ਤੇ ਤੀਸਰਾ ਸ਼ਲੋਕ ਵਾਰ ਬਿਹਾਗੜਾ, ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ, ਨਾਰਦ ਕਹਿਆ ਸੇ ਪੂਜ ਕਰਾਹੀ। ਇਹ ਤਿੰਨ ਸ਼ਲੋਕ ਉਚਾਰਨ ਕਰਕੇ ਉਪਦੇਸ਼ ਦੀ ਦਾਤ ਮਹਾਰਾਜ ਨੇ ਜਿਵੇਂ ਕਾਜੀ ਨੂੰ ਬਖਸ਼ੀ। ਇਹ ਕਥਾ ਕੱਲ ਦੇ ਦੀਵਾਨਾਂ ਵਿੱਚ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਕਥਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਆਪ ਸਰਬੱਤ ਸੰਗਤਾਂ ਦਾ ਹਾਰਦਿਕ ਧੰਨਵਾਦ। ਔਰ ਨਾਲ ਬੇਨਤੀ ਹੈ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਆਪ ਜੀ ਦਾ ਸ਼ਹੀਦੀ ਜੋੜ ਮੇਲਾ ਆ ਰਿਹਾ। ਇਸ ਦੇ ਸਬੰਧ ਦੇ ਵਿੱਚ 18 ਤਰੀਕ ਤੋਂ ਲੈ ਕੇ 25 ਤਰੀਕ ਤੱਕ ਸਰੋਵਰ ਤੇ 2 ਵਜੇ ਤੋਂ ਲੈ ਕੇ 3:30 ਵਜੇ ਤੱਕ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਇਆ ਕਰਨਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਚੜ ਕੇ ਆਪ ਜੀ ਨੇ ਹਾਜ਼ਰੀਆਂ ਭਰ ਕੇ ਸਾਹਿਬਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। 30 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਦੀਵਾਨ ਹਾਲ ਵਿਖੇ 10 ਵਜੇ ਤੋਂ ਲੈ ਕੇ 12:30 ਵਜੇ ਤੱਕ ਦਿਨ ਦੇ ਪ੍ਰੋਗਰਾਮ ਹੋਣਗੇ। ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ। ਇਹਨਾਂ ਸਮਾਗਮਾਂ ਵਿੱਚ ਵੀ ਆਪ ਜੀ ਨੇ ਹਾਜ਼ਰੀਆਂ ਭਰ ਕੇ ਸਾਹਿਬਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਤੇ ਅੱਜ ਇੱਕ ਪਾਵਨ ਦਿਹਾੜਾ ਹੈ। ਅੱਜ ਦੇ ਦਿਨ ਗੁਰੂ ਕਲਗੀਧਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ। ਔਰ ਇਹ ਸਾਰੇ ਜਿਹੜੇ ਦਿਨ ਨੇ ਸ਼ਹਾਦਤਾਂ ਦੇ ਦਿਨ ਨੇ, ਜਦੋਂ ਕਲਗੀਧਰ ਜੀ ਦਾ ਪਰਿਵਾਰ ਜਿਹੜਾ ਖੇਰੂ ਹੋ ਗਿਆ, ਸਰਸੇ ਦੇ ਕੰਢੇ ਤੇ ਵਿਛੋੜਾ ਪਿਆ, ਤੇ ਅਸੀਂ ਸਾਰਿਆਂ ਨੇ ਮਿਲ ਜੁੜ ਕੇ ਇਹਨਾਂ ਸਾਹਿਬਜ਼ਾਦਿਆਂ ਨੂੰ ਸਤਿਗੁਰੂ ਕਲਗੀਧਰ ਜੀ ਨੂੰ ਯਾਦ ਕਰਨਾ ਹੈ। ਸਤਿਗੁਰੂ ਸਾਰਿਆਂ ਤੇ ਰਹਿਮਤ ਕਰਨ ਜੀ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਵੇਕ ਹੇ ਪਰੰਪਰ ਹਰ ਹਰੇ ਹੈ ਪੀਓਣ ਆਰ
ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸੁਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ